कहिए बेशुमार बेअंत स्वामी तेरो अंत न किन्ही लहिए। धन्नवाद गुरु साहिब जी। आसा महला पहला चित सरवरड़ पहले निवासा पानी पावक तिने किया पंकज मोह पग नहीं चले। हम देखा तह डूबे मन एक न चेतस मूढ़ मना हर बिसरत तेरे गुण गलिया रहा। ना हो जति सती नहीं पढ़िया मूर्ख मुर्दा जन्म पया। प्रणवत नानक तेन की शरणा जिन तू नाही विसरिया। प्रणवत नानक तेन की शरणा जिन तू नाही विसरिया। वाहिगुरू जी का खालसा वाहिगुरू जी की फतेह। परम सन्मानयोग धन धन शब्द गुरु साहिब श्री गुरु ग्रंथ साहिब सच्चे पातशाह जी महाराज जिन्हां दी पावन हजूरी के अंदर सज के बैठे अति सत्कारयोग सत्संगी जनों बड़े बड़े भागा वाले हाँ कि असीं सतगुरु जी की गोद में बैठ के सतगुरु जी की बाणी दीआं विचारां बच्चियां के पासों कवीश्वरी कवितावां इतिहास दीआं वो बातां असीं साझियां कर रहे सां ਜਿਹੜੀਆਂ कि अज साडियां चेतियां दे विचों विसरदियां जांदियां ने भुलदियां जांदियां ने। बड़ा जरूरी हुंदा है बड़ा जरूरी हुंदा है आउण वालियां पीढ़ियां तक अपने विरसे नूं अपने इतिहास नूं लैके जाना। किसी विद्वान का बड़ा प्यारा कथन है कि कौमां कदी भी घल्लू धारियां दे नाल नहीं मरदियां। घल्लू धारे कौमां ते जिन्ने मर्जी बीत जाण वरत जाण कौमां दा घाण घल्लू धारियां दे विच नहीं हुंदा। कौमां मरदियां तां ने जदों घल्लू धारियां नूं भुल जांदियां ने। जदों घल्लू धारे साडी सुरत दे विचों विसर जांदे ने सुरत दा हिस्सा नहीं रहिंदियां चीज़ां उदों दिन प्रति दिन कौमां दे विच पतन आउणा जिहड़ा है शुरू हो जाता है। जिन्ना चिर इतिहास साडी सुरत दा हिस्सा रहिंदा है उन्ना चिर सानू कोई मारन वाला नहीं। क्योंकि शरीरक तौर पर भावें तुसीं जिन्ना मर्जी मार लो पर जदों बहुतियां चीज़ां इतिहास दीआं साडी सुरत दा हिस्सा बन जांदियां ने उस वक्त किसी नूं मारना बड़ा औखा हुंदा है। तुसीं बंदे नूं फिजिकल तौर पर मार सकते हो शरीरक तौर पर बंदे नूं खत्म किया जा सकता है पर जिहड़ी बंदे दी अंदर बनी हुई विचार है उहनूं मारना जालम दे वास्ते बड़ा खतरनाक है। तुसीं वेख लो साडी हिस्टरी दे विच इतिहास दे विच शरीरक तौर पर किन्ने वड्डे कष्ट दिते गए
ਸਰੀਰਕ ਤੌਰ ਤੇ ਕਿੰਨਾ ਵੱਡਾ ਸਿੱਖਾਂ ਦਾ ਘਾਣ ਕੀਤਾ ਗਿਆ, ਪਰ ਉਹ ਉਦੋਂ ਸੁਰਤ ਦੇ ਤਲ ਦੇ ਉੱਪਰ ਕਿਸੇ ਨੂੰ ਮਾਰ ਨਹੀਂ ਸਕੇ। ਸੁਰਤ ਦੇ ਤਲ ਉੱਪਰ ਕਿਸੇ ਨੂੰ ਖਤਮ ਨਹੀਂ ਕੀਤਾ ਜਾ ਸਕਿਆ। ਸੁਰਤ ਦੇ ਤਲ ਦੇ ਉੱਪਰ ਕਿਸੇ ਵੀ ਆਦਮੀ ਨੂੰ ਸ਼ਹੀਦ ਨਹੀਂ ਕੀਤਾ ਗਿਆ। ਜੇ ਸ਼ਹੀਦ ਕੀਤਾ ਗਿਆ ਤੇ ਬੰਦੇ ਦਾ ਸਰੀਰ ਸ਼ਹੀਦ ਕੀਤਾ ਗਿਆ। ਕੌਮਾਂ ਕਦੀ ਵੀ ਘੱਲੂ ਘਾਰਿਆਂ ਦੇ ਵਿੱਚ ਉਹਨਾਂ ਦਾ ਨਾਸ਼ ਨਹੀਂ ਹੁੰਦਾ। ਮਰਦੀਆਂ ਉਦੋਂ ਨੇ, ਪਤਨ ਉਦੋਂ ਹੁੰਦਾ ਜਦੋਂ ਇਹ ਚੀਜ਼ਾਂ ਸਾਡੀ ਸੁਰਤ ਦੇ ਹਿੱਸੇ ਵਿੱਚੋਂ ਵਿਸਰ ਜਾਂਦੀਆਂ ਨੇ। ਅਸੀਂ ਸਾਰੇ ਹੀ ਸੰਗਤੀ ਰੂਪ ਵਿੱਚ ਅੱਜ ਇਸ ਕਰਕੇ ਇਸ ਸਭਾ ਦੇ ਵਿੱਚ ਸ਼ਾਮਲ ਹੋਏ ਆ ਕਿ ਅਸੀਂ ਆਪਣੇ ਪੁਰਾਤਨ ਪੁਰਖਿਆਂ ਦੇ ਉਸ ਇਤਿਹਾਸ ਨੂੰ ਯਾਦ ਕਰ ਸਕੀਏ, ਉਸ ਇਤਿਹਾਸ ਨੂੰ ਸ਼ਰਵਣ ਕਰ ਸਕੀਏ। ਮੈਂ ਛੋਟੀ ਜਿਹੀ ਇੱਕ ਆਰੰਭ ਦੇ ਵਿੱਚ ਬੇਨਤੀ ਕਰਾਂ ਵੀ ਥੋੜਾ ਜਿਹਾ ਨਾ ਸ਼ਬਦ ਵਿਚਾਰ ਵਾਸਤੇ ਟਿਕਾ ਬੜਾ ਜ਼ਰੂਰੀ ਹੈ, ਕਿਉਂਕਿ ਜਿੰਨਾ ਚਿਰ ਟਿਕਾ ਨਹੀਂ ਉਹਨਾਂ ਚਿਰ ਕਿਸੇ ਵੀ ਗੱਲ ਨੂੰ ਧਿਆਨ ਨਾਲ ਸਮਝਿਆ ਨਹੀਂ ਜਾ ਸਕਦਾ। ਉਹਨਾਂ ਚਿਰ ਕਿਸੇ ਵੀ ਗੱਲ ਨੂੰ ਧਿਆਨ ਨਾਲ ਸੁਰਤ ਦਾ ਹਿੱਸਾ ਨਹੀਂ ਬਣਾਇਆ ਜਾ ਸਕਦਾ। ਮਾਲਵੇ ਦੇ ਵਿੱਚ ਵੈਸੇ ਇੱਕ ਪਿਰਤ ਹੈ, ਜਦੋਂ ਇਸ ਤਰ੍ਹਾਂ ਦੀਵਾਨ ਲੱਗਦਾ ਹੈ, ਦੀਵਾਨ ਸ਼ੁਰੂ ਹੁੰਦਾ ਹੈ ਤੇ ਜਿਹੜੀ ਸੰਗਤ ਬਾਅਦ ਵਿੱਚ ਆਉਂਦੀ ਹੈ ਉਹ ਪਿੱਛੇ ਬੈਠਦੀ ਜਾਂਦੀ ਹੈ, ਤੇ ਜਦੋਂ ਅਖੀਰ ਵਿੱਚ ਦੀਵਾਨ ਦੀ ਸਮਾਪਤੀ ਹੁੰਦੀ ਹੈ, ਜਿਹੜੀ ਸਤਿਗੁਰੂ ਜੀ ਦੇ ਅੱਗੇ ਮਾਇਆ ਅਰਪਿਤ ਕਰਨੀ ਹੁੰਦੀ ਹੈ, ਉਹ ਬਾਅਦ ਵਿੱਚ ਮੱਥਾ ਟੇਕ ਕੇ ਨਮਸਕਾਰ ਕਰਕੇ ਤੇ ਫਿਰ ਆਪੋ ਆਪਣੀ ਥਾਂ ਤੇ ਜਾ ਕੇ ਬੈਠ ਜਾਂਦੇ ਨੇ। ਸਾਨੂੰ ਵੀ ਇਹ ਚੀਜ਼ਾਂ ਜਿਹੜੀਆਂ ਅਪਣਾਉਣੀਆਂ ਚਾਹੀਦੀਆਂ ਨੇ, ਕਿਉਂਕਿ ਜਿਹੜੀ ਪਿੱਛੋਂ ਸੰਗਤ ਆਉਂਦੀ ਹੈ ਅੱਗੇ, ਫਿਰ ਜਦੋਂ ਇੱਥੇ ਆਣ ਕੇ ਮੱਥਾ ਟੇਕਿਆ ਜਾਂਦਾ ਹੈ ਤੇ ਸਾਰੀ ਸੰਗਤ ਦਾ ਇੱਕ ਵਾਰੀ ਜਿਹੜਾ ਧਿਆਨ ਹੈ ਨਾ ਉਹ ਖਿੜ ਜਾਂਦਾ ਹੈ। ਖਾਸ ਕਰ ਸਾਡਾ ਧਿਆਨ ਇਸ ਪਾਸੇ ਵੱਲ ਲੱਗਾ ਹੁੰਦਾ ਹੈ ਵੀ ਇਹਨੇ ਕੀ ਪਾਇਆ, ਕੀ ਪਹਿਨਿਆ ਜਾਂ ਕੌਣ ਆਇਆ। ਇਹ ਚੀਜ਼ਾਂ ਅਸੀਂ ਖਾਸ ਇਹਨਾਂ ਚੀਜ਼ਾਂ ਵੱਲ ਖਾਸ ਤਵੱਜੋ ਦਿੰਦੇ ਹਾਂ। ਜਦੋਂ ਵੀ ਕੋਈ ਪਿੱਛੋਂ ਆਉਂਦਾ ਉਹ ਪਿੱਛੇ ਬੈਠ ਜਾਵੇ, ਦੀਵਾਨ ਦੀ ਸਮਾਪਤੀ ਤੇ ਸਤਿਗੁਰੂ ਜੀ ਦੇ ਅੱਗੇ ਨਮਸਕਾਰ ਕਰੇ ਤੇ ਉਸ ਤੋਂ ਬਾਅਦ ਫਿਰ ਦੀਵਾਨ ਦੀ ਸਮਾਪਤੀ। ਸਾਨੂੰ ਵੀ ਇਹ ਚੀਜ਼ਾਂ ਜਿਹੜੀਆਂ ਕਰਨੀਆਂ ਚਾਹੀਦੀਆਂ। ਸੋ ਖੈਰ, ਅੱਜ ਦਾ ਜਿਹੜਾ ਪਾਵਨ ਸ਼ਬਦ ਮੈਂ ਆਪ ਜੀ ਦੇ ਸਨਮੁਖ ਪੜ੍ਹਿਆ ਹੈ, ਇਹ ਪਾਵਨ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਆਸਾ ਰਾਗ ਅੰਦਰ ਅਤੇ ਸੋਹਿਲਾ ਸਾਹਿਬ ਦੀ ਬਾਣੀ, ਜਿਹੜੀ ਕਿ ਸ਼ਾਮ ਨੂੰ ਗੁਰਦੁਆਰੇ ਵਿੱਚ ਤੇ ਅਸੀਂ ਘਰਾਂ ਵਿੱਚ ਵੀ ਸੌਣ ਵਕਤ ਪੜ੍ਹਦੇ ਹਾਂ, ਉਸ ਬਾਣੀ ਦੇ ਵਿੱਚ ਇਹ ਜਿਹੜਾ ਸ਼ਬਦ ਹੈ ਇਹ ਦਰਜ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਪਾਵਨ ਸ਼ਬਦ ਅੰਦਰ ਬੜੀ ਕੀਮਤੀ ਗੱਲ ਸਾਡੇ ਨਾਲ ਸਾਂਝੀ ਕਰਦੇ ਨੇ। ਮਹਾਰਾਜ ਰਹਾਉ ਵਾਲੇ ਬੰਦ ਵਿੱਚ ਕਹਿੰਦੇ ਨੇ, ਮਨ ਏਕ ਨਾ ਚੇਤਸ, ਅੱਗੇ ਕੀ ਹੈ ਜੀ, ਥੋੜਾ ਜਿਹਾ ਹੋਰ, ਮਨ ਏਕ ਨਾ ਚੇਤਸ ਮੂੜ ਮਨਾ। ਹੁਣ ਮਨ ਨੂੰ ਮੂੜ ਕਿਉਂ ਕਿਹਾ ਹੈ ਭਲਾ? ਮਨ ਵੀ ਮੂੜ ਹੁੰਦਾ। ਤੁਸੀਂ ਕਦੀ ਸੋਚਿਓ, ਜ਼ਿੰਦਗੀ ਦੇ ਵਿੱਚ ਸਾਰੀ ਕੁਆੜੇ ਦੀ ਜੜ ਹੈ ਹੀ ਬੰਦੇ ਦਾ ਮਨ ਹੈ। ਜ਼ਿੰਦਗੀ ਦੇ ਵਿੱਚ ਕੁਆੜੇ ਦੀ ਜੜ ਹੈ ਹੀ ਬੰਦੇ ਦਾ ਮਨ ਹੈ। ਜੇ ਮਹਾਰਾਜ ਕਹਿੰਦੇ ਨੇ ਮੂੜ ਮਨਾ, ਇਹਦਾ ਮਤਲਬ ਮਨ ਬੜਾ ਵਿਗੜਿਆ ਹੈ ਬੰਦੇ ਦਾ। ਤਾਂ ਹੀ ਮਹਾਰਾਜ ਨੇ ਆਖਿਆ ਨਾ ਮੂੜ ਮਨਾ। ਮੂੜ ਕਿਹੜਾ ਬੰਦਾ ਹੁੰਦਾ ਹੈ? ਜਿਹਨੂੰ ਕਿਸੇ ਦੀ ਲੱਥੀ ਜੜੀ ਨਾ ਹੋਵੇ, ਜਿਹੜਾ ਕਿਸੇ ਦੀ ਪਰਵਾਹ ਨਾ ਕਰਦਾ ਹੋਵੇ, ਜਿਹੜਾ ਆਪਣੀ ਗੱਲ ਨੂੰ ਅੱਗੇ ਰੱਖੇ, ਉਹਨੂੰ ਕਹਿੰਦੇ ਇਹਦਾ ਬੰਦਾ ਬਾਹਲਾ ਮੂੜ ਹੈ। ਜਿਹੜਾ ਆਪਣੇ ਪਰਾਏ ਦੀ ਪਛਾਣ ਹੀ ਨਾ ਕਰੇ, ਇਹ ਤਾਂ ਮੂੜ ਹੈ, ਬੰਦਾ ਕਿਸੇ ਦੀ ਸੁਣਦਾ ਨਹੀਂ। ਤੇ ਜੇ ਮਨ ਨੂੰ ਮੂੜ ਗਿਆ, ਇਹਦਾ ਮਤਲਬ ਮਨ ਵੀ ਕਿਸੇ ਦੀ ਨਹੀਂ ਸੁਣਦਾ। ਇਹ ਸੁਣਦਾ, ਮਨ ਵੀ ਨਹੀਂ ਸੁਣਦਾ। ਹੁਣ ਸੁਣਦਾ ਕਿੱਦਾਂ ਨਹੀਂ, ਇਸ ਗੱਲ ਵੱਲ ਅਸੀਂ ਥੋੜਾ ਜਿਹਾ ਧਿਆਨ ਦੇਣਾ। ਸਰੀਰ ਕਹਿੰਦਾ ਵੀ ਚੱਲ ਸਵੇਰੇ ਉੱਠ ਕੇ ਗੁਰਦੁਆਰੇ ਚੱਲੀਏ, ਦਿਮਾਗ ਕਹਿੰਦਾ ਵੀ ਚੱਲ ਗੁਰਦੁਆਰੇ ਚੱਲੀਏ, ਮਨ ਕੀ ਕਹਿੰਦਾ ਭਲਾ? ਉਹ ਛੱਡ ਪਰੇ, ਕੀ ਕਰਨਾ ਗੁਰਦੁਆਰੇ ਜਾ ਕੇ, ਮਨ ਕਹਿੰਦਾ ਹੈ ਨਾ। ਅੱਛਾ, ਕਿਸੇ ਦੇ ਵੱਲ ਵੇਖ ਕੇ, ਹੁਣ ਅੱਖਾਂ ਦਾ ਕੀ ਕੰਮ ਹੈ ਭਲਾ? ਵੇਖਣਾ। ਅੱਖਾਂ ਨੇ ਸਭ ਕੁਝ ਵੇਖਣਾ ਹੈ ਜ਼ਿੰਦਗੀ ਦੇ ਵਿੱਚ। ਅੱਖਾਂ ਨੇ ਚੰਗਾ ਵੀ ਵੇਖਣਾ ਹੈ ਤੇ ਮਾੜਾ ਵੀ ਵੇਖਣਾ, ਦੋਵੇਂ ਕੰਮ ਨੇ ਅੱਖਾਂ ਦੇ। ਅੱਖਾਂ ਚੰਗਾ ਵੀ ਵੇਖਦੀਆਂ ਨੇ, ਮਾੜਾ ਵੀ ਵੇਖਦੀਆਂ ਨੇ, ਪਰ ਕਿਸੇ ਦਾ ਚੰਗਾ ਵੇਖ ਕੇ ਛੱਡਦਾ ਕੌਣ ਹੈ ਭਲਾ? ਅੰਦਰ ਬੈਠਾ ਮਨ। ਕੌਣ ਛੱਡਦਾ? ਸਾਧ ਸੰਗਤ ਹੰਗਾਰਾ ਭਰੀ ਜਾਓ ਤਾਂ ਕਿ ਪਤਾ ਲੱਗੇ ਵੀ ਅਸੀਂ ਇਸ ਸਭਾ ਦੇ ਵਿੱਚ ਹਾਜ਼ਰ ਹਾਂ, ਅਸੀਂ ਆਪਣੀ ਹਾਜ਼ਰੀ ਲਵਾਈਏ। ਮਨ ਛੱਡਦਾ ਹੈ। ਕੰਨ ਜਦੋਂ ਸੁਣਦੇ ਨੇ, ਕੰਨਾਂ ਨੇ ਚੰਗਾ ਵੀ ਸੁਣਨਾ ਹੈ ਤੇ ਮਾੜਾ ਵੀ ਸੁਣਨਾ ਹੈ।
फैसला कौन करता है कि किहड़ी चीज नूं प्रवान करना है ते किहड़ी चीज नूं प्रवान नहीं करना? फैसला कौन करता है? मन। हुण मन किदां फैसला करदा सुणिओ। मान लो साडे घर विच कोई आया, साडे घर विच आण के किसी ने कोई गल कीती है, जेड़ा ते साडे हक दा बंदा है ਉਹਦੇ ਵਿਰੋਧ ਵਿੱਚ ਗੱਲ ਕਰੇ ਤੇ ਮਨ ਉਸੇ ਵੇਲੇ ਫੈਸਲਾ ਕਰਦਾ ਕਿ ਨਹੀਂ ਇਹਨੇ ਗੱਲ ਗਲਤ ਕੀਤੀ ਹੈ। ਤੇ ਜੇ ਸਾਡਾ ਪਹਿਲਾਂ ਹੀ ਵਿਰੋਧੀ ਬੰਦਾ ਹੈ ਤੇ ਕਿਸੇ ਨੇ ਆਣ ਕੇ ਆਖਿਆ ਸੀ ਉਹ ਬੰਦਾ ਚੰਗਾ ਨਹੀਂ, ਮਨ ਉਸੇ ਵੇਲੇ ਹਾਮੀ ਭਰਦਾ ਵੀ ਹਾਂ ਬਿਲਕੁਲ ਠੀਕ ਹੈ, ਉਹ ਸੱਚੀ ਨਹੀਂ ਚੰਗਾ। ਫੈਸਲਾ ਕੌਣ ਕਰਦਾ ਹੈ? ਮਨ। ਅੱਖਾਂ ਵੇਖਦੀਆਂ ਨੇ ਕਿਸੇ ਦਾ ਘਰ ਤੇ ਸੜਦਾ ਕੌਣ ਹੈ? ਅੱਖਾਂ ਥੋੜੀ ਸੜਦੀਆਂ ਨੇ, ਸੜਦਾ ਕੌਣ ਹੈ? ਮਨ ਸੜਦਾ। ਅੱਖਾਂ ਦਾ ਕੋਈ ਕਸੂਰ ਨਹੀਂ ਹੈ, ਕੰਨਾਂ ਦਾ ਕੋਈ ਕਸੂਰ ਨਹੀਂ ਹੈ, ਪਰ ਕਸੂਰ ਕਿਹਦਾ? ਅੰਦਰ ਬੈਠੇ ਹੋਏ ਮਨ ਦਾ। ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਰੂਰੀ ਕੰਮ ਤੇ ਸਭ ਤੋਂ ਔਖਾ ਕੰਮ ਕੀ ਹੈ? ਆਪਣੇ ਆਪ ਨੂੰ ਬਦਲਣਾ। ਬੰਦਾ ਆਪਣੀਆਂ ਆਦਤਾਂ ਨਹੀਂ ਬਦਲਦਾ। ਕਈ ਵਾਰੀ ਇਹਨਾਂ ਭੈੜੀਆਂ ਆਦਤਾਂ ਕਰਕੇ ਘਰਾਂ ਦੇ ਘਰ ਤਬਾਹ ਹੋ ਜਾਂਦੇ ਨੇ। ਕਈ ਵਾਰੀ ਇਹਨਾਂ ਭੈੜੀਆਂ ਆਦਤਾਂ ਕਰਕੇ ਬੰਦੇ ਦੀ ਪੂਰੀ ਜ਼ਿੰਦਗੀ ਤਬਾਹੀ ਦੇ ਕੰਢੇ ਤੇ। ਹੁਣ ਜੂਆ ਖੇਡਣਾ ਵੀ ਤੇ ਔਕਾਤ ਹੀ ਹੈ ਨਾ। ਬੰਦਾ ਜ਼ਿੰਦਗੀ ਵਿੱਚ ਕਿੱਥੇ ਖਲੋਤਾ ਹੁੰਦਾ ਹੈ ਤੇ ਕਿੱਥੇ ਆਣ ਖਲੋਂਦਾ ਹੈ, ਪਰ ਮਨ ਨਹੀਂ ਬਦਲਿਆ ਗਿਆ। ਲਾਲਚ ਆ ਗਿਆ ਨਾ ਮਨ ਵਿੱਚ। ਇੱਕ ਦਿਨ ਪੈਸੇ ਆਏ, ਬੰਦੇ ਨੇ ਲਾਲਚ ਕੀਤਾ, ਚੱਲ ਕੋਈ ਗੱਲ ਨਹੀਂ ਕੱਲ ਨੂੰ ਵੀ ਆਉਣਗੇ, ਕੱਲ ਨੂੰ ਹੋਰ ਪੈਸਾ ਚਲਾ ਗਿਆ, ਪਰਸੋਂ ਹੋਰ ਪੈਸਾ ਚਲਾ ਗਿਆ, ਚੌਥ ਹੋਰ ਪੈਸਾ ਚਲਾ ਗਿਆ। ਦਿਮਾਗ ਸੋਚਦਾ ਹੈ, ਅੱਖਾਂ ਪੜ੍ਹਦੀਆਂ ਨੇ ਸ਼ਰਾਬ ਦੀ ਬੋਤਲ ਤੇ ਵੀ ਸ਼ਰਾਬ ਸਿਹਤ ਵਾਸਤੇ ਹਾਨੀਕਾਰਕ ਹੈ, ਪਰ ਮਨ ਕੀ ਕਹਿੰਦਾ? ਚੱਲ ਕੋਈ ਗੱਲ ਨਹੀਂ, ਅੱਜ ਪੀ ਲਾ, ਕੱਲ ਨਾ ਪੀ। ਮਨ ਏਦਾਂ ਹੀ ਕਰਦਾ ਹੈ ਨਾ। ਅੱਖਾਂ ਵੇਖ ਰਹੀਆਂ ਨੇ, ਉੱਤੇ ਪੜ੍ਹ ਰਹੀਆਂ ਨੇ ਸਾਰਾ ਕੁਝ ਵੀ ਸ਼ਰਾਬ ਸਿਹਤ ਵਾਸਤੇ ਹਾਨੀਕਾਰਕ ਹੈ, ਪਰ ਮਨ ਬੜਾ ਬੇਈਮਾਨ ਹੈ। ਮਨ ਕਹਿੰਦਾ ਚੱਲ ਕੋਈ ਗੱਲ ਨਹੀਂ, ਅੱਜ ਛਕਲਾ, ਕੱਲ ਨੂੰ ਫੇਰ ਵੇਖੀ ਦੇਖੀ ਜਾਊਗੀ। ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਨ 'ਚ ਵਿਚਾਰ ਕਰਦਾ, ਅੱਜ ਨਹੀਂ ਪੀਣੀ, ਅੱਜ ਨਹੀਂ ਪੀਣੀ। ਜਦੋਂ ਸ਼ਾਮ ਆਉਂਦੀ ਹੈ ਅੰਦਰ ਫੇਰ ਚੂਹੇ ਜਿਹੜੇ ਨੇ ਉਹ ਘੁਰਕਣਾ ਸ਼ੁਰੂ ਕਰ ਦਿੰਦੇ ਨੇ ਤੇ ਮਨ ਕਹਿੰਦਾ ਚੱਲ ਕੋਈ ਗੱਲ ਨਹੀਂ, ਤੇ ਬੰਦਾ ਠੇਕੇ ਵਾਲੇ ਪਾਸੇ ਦੌੜ ਪੈਂਦਾ। ਇਹਦਾ ਮਤਲਬ ਜ਼ਿੰਦਗੀ ਵਿੱਚ ਪੁਆੜਾ ਕਿਹਦਾ ਹੈ ਭਲਾ? ਮਨ ਦਾ। ਅੱਛਾ, ਇੱਕ ਹੋਰ ਚੀਜ਼, ਇਸ ਤੋਂ ਬਾਅਦ ਆਪਾਂ ਥੋੜੀ ਜਿਹੀ ਸ਼ਬਦ ਦੀ ਵਿਚਾਰ ਦੇ ਇਤਿਹਾਸ ਦਾ ਪੱਖ ਸਾਂਝਾ ਕਰਦੇ ਹਾਂ। ਜ਼ਿੰਦਗੀ ਵਿੱਚ ਸਾਰੇ ਸਿਆਪੇ ਪਤਾ ਸਾਧ ਸੰਗਤ ਕਿਹਦੇ ਨੇ? ਬੰਦੇ ਦੇ ਮਨ ਦੇ। ਅਸੀਂ ਆਪਣੇ ਮਨ ਕਰਕੇ ਸਾਰਿਆਂ ਨਾਲ ਟੁੱਟੇ ਹੋਏ ਹਾਂ। ਅਸੀਂ ਕਸੂਰ ਪਤਾ ਕਿਹਦਾ ਕੱਢਦੇ ਹਾਂ? ਕਿਸੇ ਦੂਜੇ ਦਾ। ਕਿੱਦਾਂ ਭਲਾ? ਮੰਨ ਲਓ ਬੰਦਾ ਸਵੇਰੇ ਉੱਠਿਆ ਤੇ ਜ਼ਿੰਦਗੀ 'ਚ ਜਾਂ ਕੋਈ ਦਿਨ ਇਹੋ ਜਿਹਾ ਚੜਿਆ ਕਿ ਕੋਈ ਗਲਤ ਕੰਮ ਹੋ ਗਿਆ। ਸਵੇਰੇ ਉੱਠਿਆ ਤੇ ਕੋਈ ਗਲਤ ਕੰਮ ਹੋ ਗਿਆ। ਬੰਦਾ ਕੀ ਸੋਚਦਾ ਭਲਾ? ਸਵੇਰੇ ਮੈਂ ਉਹਦੇ ਮੱਥੇ ਲੱਗਾ ਤਾਂ ਗਲਤ ਕੰਮ ਹੋ ਗਿਆ, ਪਤਾ ਨਹੀਂ ਕਿਹੜਾ ਚੰਦਰਾ ਸਵੇਰੇ ਮੱਥੇ ਲੱਗਾ ਸੀ। ਏਦਾਂ ਹੀ ਸੋਚਦੇ ਆ ਨਾ। ਕਸੂਰ ਕਿਹਦਾ ਸੀ ਭਲਾ? ਮਨ ਦਾ। ਚੰਗਾ ਕੌਣ ਨਹੀਂ ਸੀ? ਬੋਲੋ ਸਾਧ ਸੰਗਤ। ਮਨ। ਔਗਣ ਸਾਰੇ ਮੰਨਦੇ ਨੇ, ਪਰ ਬੰਦਾ ਆਪਣੇ ਵਿੱਚ ਦੋਸ਼ ਨਹੀਂ ਕੱਢਦਾ। ਬੰਦਾ ਦੋਸ਼ ਕਿਹਦੇ 'ਚ ਕੱਢਦਾ? ਦੂਜੇ ਦੇ ਸਿਰ। ਸਵੇਰੇ ਮੈਂ ਉਹਦੇ ਮੱਥੇ ਲੱਗਾ ਤਾਂ ਸਿਆਪਾ ਪਿਆ ਹੀ ਸਾਡੇ ਘਰ 'ਚ। ਪਤਾ ਨਹੀਂ ਕਿਹਦੇ ਸਵੇਰੇ ਮੱਥੇ ਲੱਗਾ ਤਾਂ ਕਲੇ ਸਾਡੇ ਘਰ 'ਚ ਪਾਈ ਹੈ। ਸਿਆਪਾ ਸਾਡੇ ਆਪਣੇ ਮਨ ਦਾ ਹੈ। ਪੁਆੜਾ ਇਹਨੇ ਪਾਇਆ ਹੋਇਆ ਹੈ, ਇਹ ਬੈਠਾ ਅੰਦਰ ਹੈ। ਮਾਰ ਅਸੀਂ ਇਹਨੂੰ ਸਕਦੇ ਨੇ, ਕੁੱਟ ਅਸੀਂ ਇਹਨੂੰ ਸਕਦੇ ਨੇ, ਪਰ ਕੰਮ ਇਹ ਸਾਰਾ ਕਰੀ ਜਾਂਦਾ ਹੈ। ਜੇ ਤੁਸੀਂ ਕਿਸੇ ਬਾਬੇ ਕੋਲ ਚਲੇ ਜਾਓ, ਜੋਤਸ਼ੀ ਕੋਲ ਚਲੇ ਜਾਓ, ਸਾਨੂੰ ਬਾਬੇ ਜੋਤਸ਼ੀ ਪਤਾ ਕਿਉਂ ਪਸੰਦ ਨੇ? ਉਹਨਾਂ ਦੇ ਪਿੱਛੇ ਬੜਾ ਵੱਡਾ ਕਾਰਨ ਹੈ। ਬਾਬੇ ਜੋਤਸ਼ੀ ਅਸੀਂ ਇਸ ਕਰਕੇ ਪਸੰਦ ਕਰਦੇ ਹਾਂ ਕਿਉਂਕਿ ਉਹ ਸਾਨੂੰ ਕੁਝ ਨਹੀਂ ਕਹਿੰਦੇ। ਉਹ ਕਸੂਰ ਕਿਹਦੇ 'ਚ ਕੱਢਦੇ ਨੇ? ਉਹ ਕਹਿੰਦੇ ਵੀ ਤੇਰਾ ਕੋਈ ਕਸੂਰ ਨਹੀਂ, ਵੀ ਤੂੰ ਤਾਂ ਬੰਦਾ ਹੈ ਬੜਾ ਚੰਗਾ। ਤੇ ਦੋਸ਼ ਪਤਾ ਕਿਹਦਾ ਹੈ? ਜਿਹੜਾ ਤੇਰੇ ਘਰ ਦੇ ਸਾਹਮਣੇ ਦਰਵਾਜ਼ਾ, ਬਸ ਉਹ ਹੀ ਨਹੀਂ ਤੈਨੂੰ ਚੰਗਾ ਚਾਹੁੰਦਾ। ਸਾਨੂੰ ਸਾਡੀ ਉਹਨਾਂ ਨਾਲ ਅੱਗੇ ਨਹੀਂ ਬਣਦੀ ਹੁੰਦੀ। ਅਸੀਂ ਕਹਿੰਦੇ ਵੀ ਹਾਂ ਆਹ ਗੱਲ ਠੀਕ ਹੈ, ਆਹ ਗੱਲ ਏਦਾਂ ਹੀ ਹੈ। ਕਸੂਰ ਉਹਦੇ ਵਿੱਚ ਹੀ ਹੈ। ਪੁਆੜਾ ਕਿਹਦਾ ਪਾਇਆ ਹੁੰਦਾ? ਮੰਨ ਲਓ ਧੀ ਦਾ ਵਿਆਹ ਕਰਨਾ ਸੀ, ਕਰਜ਼ਾ ਚੁੱਕਿਆ, ਬੜਾ ਪੈਸਾ ਖਰਚ ਕੀਤਾ ਤੇ ਕਰਜ਼ੇ ਦੀ ਪੰਡ ਸਿਰ ਤੇ ਚੜ ਗਈ। ਹੁਣ ਕਰਜ਼ਾ ਲੈਂਦਾ ਨਹੀਂ। ਕਸੂਰ ਕਿਹਦਾ ਸੀ? ਬੰਦੇ ਦਾ ਆਪਣਾ। ਵੀ ਪਿੰਡ ਵਿੱਚ ਇੱਕ ਵਾਰੀ ਬੱਲੇ ਬੱਲੇ ਕਰਵਾਉਣੀ ਹੈ, ਪਿੰਡ ਵਿੱਚ ਇੱਕ ਵਾਰੀ ਬਹਿਜਾ ਕਰਵਾ ਦੇਣੀ ਹੈ। ਲੋਕਾਂ ਨੂੰ ਦੱਸਣਾ ਵੀ ਇੰਨਾ ਵਧੀਆ ਤੇ ਇੰਨਾ ਟੌਪ ਦਾ ਵਿਆਹ ਅੱਜ ਤੱਕ ਕਿਸੇ ਨੇ ਨਹੀਂ ਕੀਤਾ। ਕਰਜ਼ੇ ਦੀ ਪੰਡ ਚੜ ਗਈ ਸਿਰ ਤੇ, ਹੁਣ ਕਰਜ਼ਾ ਲੈਂਦਾ ਨਹੀਂ। ਕਸੂਰ ਕਿਹਦਾ ਸੀ? ਆਪਣੇ ਮਨ ਦਾ। ਮਨ ਨੂੰ ਇਹ ਹਵਸ਼ ਲੱਗੀ ਸੀ ਕਿ ਦੂਜੇ ਲੋਕ ਮੈਨੂੰ ਚੰਗਾ ਕਹਿਣ। ਕਸੂਰ ਆਪਣੇ ਮਨ ਦਾ, ਪਰ ਮਨ ਨਾ ਸੰਭਲਿਆ। ਜਾ ਕੇ ਬਾਬੇ ਕੋਲ ਚਲੇ ਗਏ। ਬਾਬਾ ਕਹਿੰਦਾ ਵੀ ਤੁਹਾਡਾ ਕੋਈ ਕਸੂਰ ਨਹੀਂ, ਜਿਹੜੇ ਤੁਹਾਡੇ ਘਰ ਦੇ ਸਾਹਮਣੇ ਬੰਦੇ ਰਹਿੰਦੇ ਉਹੀ ਤੁਹਾਨੂੰ ਵੇਖ ਕੇ ਚੰਗਾ ਨਹੀਂ ਚਾਹੁੰਦੇ। ਕਸੂਰ ਕਿਹਦਾ? ਉਹਨਾਂ ਦਾ ਕਸੂਰ ਹੈ। ਅਸੀਂ ਕਹਿੰਦੇ ਵੀ ਹਾਂ
ਸਾਡੇ ਦਿਮਾਗ 'ਚ ਅੱਗੇ ਉਹਨਾਂ ਦੇ ਪ੍ਰਤੀ ਨਫ਼ਰਤ ਹੁੰਦੀ, ਕਿਉਂਕਿ ਘਰ ਦੇ ਨਾਲ ਘਰ ਹੋਵੇ ਜਾਂ ਘਰ ਦੇ ਸਾਹਮਣੇ ਘਰ ਹੋਵੇ, ਸਾਡੀ ਅਕਸਰ ਘਾਟ ਹੀ ਬਣਦੀ ਹੁੰਦੀ ਉਹਨਾਂ ਨਾਲ। ਇਹ ਬੰਦੇ ਦੀ ਫਿਤਰਤ ਹੈ। ਬੰਦਾ ਜਿਹਦੇ ਕੋਲ ਜ਼ਿਆਦਾ ਸਮਾਂ ਰਹੇ ਉਹਨਾਂ ਅਕਸਰ ਹੀ ਫਿਰ ਬਾਅਦ ਵਿੱਚ ਜਿਹੜਾ ਉਹ ਨਫ਼ਰਤ ਕਰਨੀ ਸ਼ੁਰੂ ਕਰ ਦਿੰਦਾ। ਹੁਣ ਪੁਆੜਾ ਕਿਹਦਾ ਹੈ? ਬੰਦੇ ਦੇ ਮਨ ਦਾ। ਹੁਣ ਇਹ ਪੁਆੜਾ ਇਕੱਲਾ ਬੰਦੇ ਦੇ ਨਿੱਜੀ ਜੀਵਨ ਵਿੱਚ ਨਹੀਂ, ਇਹ ਪੁਆੜੇ ਕੌਮਾਂ ਦੇ ਵਿੱਚ ਵੀ ਪੈਂਦੇ ਨੇ, ਇਹ ਕੌਮਾਂ ਦੇ ਵਿੱਚ ਵੀ ਦਸਤੂਰ ਵਾਪਰਦੇ ਨੇ। ਜਿਨ੍ਹਾਂ ਸ਼ਹੀਦੀ ਦਿਨਾਂ ਨੂੰ ਅੱਜ ਅਸੀਂ ਸਮਰਪਿਤ ਹੋ ਕੇ ਬੈਠੇ ਹਾਂ, ਇਹਨਾਂ ਦਿਨਾਂ ਦੇ ਵਿੱਚ ਆ ਜਿਹੜਾ ਜੂਨ ਦਾ ਮਹੀਨਾ ਚੱਲ ਰਿਹਾ, ਇਹ ਸਾਡੇ ਵਾਸਤੇ ਖਾਸ ਤੌਰ ਤੇ ਬੜੇ ਵੱਡੇ ਦਿਨ ਨੇ। ਪਰ ਸਾਡੀ ਤਰਾਸਦੀ ਸਾਧ ਸੰਗਤ ਇਹ ਰਹੀ ਹੈ, ਅਸੀਂ ਇਹਨਾਂ ਦਿਨਾਂ ਨੂੰ ਆਪਣੇ ਬੱਚਿਆਂ ਤੱਕ ਬਹੁਤ ਘੱਟ ਲੈ ਕੇ ਗਏ ਹਾਂ। ਕਾਰਨ ਇਹਦੇ ਪਿੱਛੇ ਇਹ ਵਾਪਰਿਆ, ਜਦੋਂ ਪੰਜਾਬ ਦੇ ਵਿੱਚ 84 ਤੋਂ 84 ਤੋਂ ਲੈ ਕੇ 95 96 ਤੱਕ ਇੱਕ ਲੰਬਾ ਸੰਘਰਸ਼ ਪੰਜਾਬ ਦੇ ਵਿੱਚ ਚੱਲਿਆ। ਉਸ ਸੰਘਰਸ਼ ਦੀ ਦਾਸਤਾਨ ਨੂੰ ਕਿਸੇ ਨਾਲ ਸਾਂਝੇ ਕਰਨ ਤੋਂ ਅਸੀਂ ਡਰ ਗਏ। ਮਾਵਾਂ ਨੇ ਕੀ ਕੀਤਾ ਵੀ ਆਪਣੇ ਬੱਚਿਆਂ ਨੂੰ ਆਪਣੇ ਕੋਲ ਸਮੇਟਣਾ ਸ਼ੁਰੂ ਕਰ ਦਿੱਤਾ, ਲੁਕਾਉਣਾ ਸ਼ੁਰੂ ਕਰ ਦਿੱਤਾ। ਇਹ ਗੱਲਾਂ ਬਾਤਾਂ ਸਾਡੇ ਤੱਕ ਪਹੁੰਚੀਆਂ ਨਹੀਂ। ਹੈ ਬੜਾ ਕੀਮਤੀ ਸੀ, ਪਰ ਅਸੀਂ ਦੱਸ ਨਹੀਂ ਸਕੇ, ਕਿਉਂਕਿ ਸਾਡੇ ਮਨ ਵਿੱਚ ਇੰਨਾ ਜ਼ਿਆਦਾ ਡਰ ਬਿਠਾ ਦਿੱਤਾ ਗਿਆ ਇਹਨਾਂ ਚੀਜ਼ਾਂ ਦੇ ਪ੍ਰਤੀ। ਅਸੀਂ ਆਪਣੇ ਬੱਚਿਆਂ ਨੂੰ ਬਿਲਕੁਲ ਇਹਨਾਂ ਚੀਜ਼ਾਂ ਤੋਂ ਦੂਰ ਕਰ ਦਿੱਤਾ। ਅੱਜ ਸਾਡੇ ਬੱਚਿਆਂ ਦਾ ਸਿੱਖੀ ਨਾਲੋਂ ਟੁੱਟਣ ਦਾ ਕਾਰਨ ਕੀ ਹੈ ਭਲਾ? ਅਸੀਂ ਗੁਰਦੁਆਰਿਆਂ ਨਾਲੋਂ ਕਿਉਂ ਟੁੱਟ ਗਏ ਭਲਾ? ਕਿਉਂਕਿ ਜਿਹੜਾ ਸਿੱਖੀ ਦਾ ਸੋਮਾ ਗੁਰਦੁਆਰਾ ਸੀ ਨਾ, ਉਸ ਸਿੱਖੀ ਦੇ ਸੋਮੇ ਨਾਲੋਂ ਸਾਨੂੰ ਬੜੀ ਪਲੈਨਿੰਗ ਦੇ ਨਾਲ ਤੋੜਿਆ ਗਿਆ, ਬੜੀ ਇੱਕ ਨੀਤੀ ਦੇ ਨਾਲ ਸਾਨੂੰ ਖਤਮ ਕੀਤਾ ਗਿਆ। ਤੇ ਖਤਮ ਕਿਹਨਾਂ ਵੱਲੋਂ ਕੀਤਾ ਗਿਆ? ਜਿਹੜੇ ਸਾਨੂੰ ਆਪਣੇ ਵਿੱਚ ਸਮੇਟਣਾ ਚਾਹੁੰਦੇ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਵਾਕ ਹੈ। ਮਹਾਰਾਜ ਕਹਿੰਦੇ ਨੇ, ਜਿਸ ਬੰਦੇ ਦੇ ਮਨ ਵਿੱਚ ਲਾਲਚ ਹੈ ਨਾ, ਉਹ ਬੰਦਾ ਦੁਨੀਆ ਦੇ ਵਿੱਚ ਕਦੀ ਕਾਮਯਾਬ ਨਹੀਂ ਹੋ ਸਕਦਾ। ਅੱਜ ਨਹੀਂ ਤੇ ਕੱਲ ਉਹਦਾ ਨਪੇੜਾ ਜਿਹੜਾ ਉਹਦੇ ਅਮਲਾਂ ਦੇ ਸਿਰ ਤੇ ਹੋ ਜ਼ਰੂਰ ਜਾਣਾ। ਸਤਿਗੁਰੂ ਕਹਿੰਦੇ ਨੇ, ਲਾਲਚ ਛੋਟੋ ਬੰਦਿਓ, ਲਾਲਚ ਦੁੱਖ ਭਾਰੀ। ਹੁਣ ਲਾਲਚ ਬੜਾ ਭਾਰਾ ਦੁੱਖ ਸੀ, ਪਰ ਹੋਇਆ ਕਿ ਤੁਸੀਂ ਪਿਛਲੇ ਇਤਿਹਾਸ ਵਿੱਚ ਪੜ੍ਹ ਕੇ ਵੇਖ ਲਓ, ਬੜੀ ਤਰ੍ਹਾਂ ਦੇ ਲਾਲਚ ਸਾਡੀ ਕੌਮ ਦੇ ਆਗੂਆਂ ਨੂੰ ਦਿੱਤੇ ਗਏ। ਤੇ ਜਦੋਂ ਕੋਈ ਕੌਮ ਦਾ ਆਗੂ ਇਸ ਲਾਲਚ ਵਿੱਚ ਫਸਿਆ ਤੇ ਉਹ ਕੌਮ ਨੂੰ ਤਬਾਹੀ ਦੇ ਕੰਢੇ ਤੇ ਲਿਆਣ ਕੇ ਉਹਨੇ ਖੜਾ ਕਰ ਦਿੱਤਾ। ਉਹ ਭਾਵੇਂ ਰਾਜਨੀਤਿਕ ਲੀਡਰ ਹੋਣ ਤੇ ਭਾਵੇਂ ਧਾਰਮਿਕ ਲੀਡਰ ਹੋਣ। ਇਹ ਵਰਤਾਰਾ ਅੱਜ ਵੀ ਚੱਲ ਰਿਹਾ ਹੈ, ਇਹ ਵਰਤਾਰਾ ਅੱਜ ਵੀ ਚੱਲ ਰਿਹਾ ਹੈ। ਤੇ ਅੱਜ ਵੀ ਇਹਨਾਂ ਚੀਜ਼ਾਂ ਨੂੰ ਵੱਡੇ ਪੱਧਰ ਤੇ ਸਾਨੂੰ ਸਮਝਣ ਦੀ ਲੋੜ ਹੈ। ਹੁਣ ਜਿਹੜੇ ਦਿਨ ਅਸੀਂ ਮਨਾ ਰਹੇ ਹਾਂ, ਜਿਨ੍ਹਾਂ ਦਿਨਾਂ ਨੂੰ ਸਮਰਪਿਤ ਹੋ ਕੇ ਅਸੀਂ ਬੈਠੇ ਹਾਂ, ਸਾਡੀ ਸਿੱਖ ਕੌਮ ਦੇ ਵਿੱਚ 3 ਘੱਲੂਘਾਰੇ ਹੋਏ ਨੇ। ਘੱਲੂਘਾਰਾ ਸ਼ਬਦ ਜਦੋਂ ਤੁਸੀਂ ਮਹਾਨ ਕੋਸ਼ ਵਿੱਚ ਵੇਖੋ ਤੇ ਘੱਲੂਘਾਰੇ ਦਾ ਮਤਲਬ ਹੁੰਦਾ ਹੈ ਉਹ ਵਰਤਾਰਾ ਜਦੋਂ ਕਿਸੇ ਇੱਕ ਦਿਨ ਦੇ ਵਿੱਚ ਕੌਮ ਦੇ ਬਹੁਤ ਵੱਡੇ ਹਿੱਸੇ ਨੂੰ ਤਬਾਹ ਕਰ ਦਿੱਤਾ ਜਾਏ। ਇਹ ਭਾਈ ਕਾਹਨ ਸਿੰਘ ਨਾਭਾ ਨੇ ਘੱਲੂਘਾਰੇ ਸ਼ਬਦ ਦੇ ਅਰਥ ਦਿੱਤੇ ਨੇ। ਇੱਕ ਦਿਨ ਦੇ ਵਿੱਚ ਜਿਸ ਕੌਮ ਦਾ ਬਹੁਤ ਵੱਡਾ ਹਿੱਸਾ ਤਬਾਹ ਕਰ ਦਿੱਤਾ ਜਾਏ, ਉਸ ਘਟਨਾ ਨੂੰ, ਉਸ ਸਮੇਂ ਨੂੰ ਘੱਲੂਘਾਰਾ ਕਿਹਾ ਜਾਂਦਾ ਹੈ। ਤੇ ਸਾਕਾ ਇਸ ਤੋਂ ਵੱਖਰਾ ਹੁੰਦਾ ਹੈ। ਜਿਵੇਂ ਸਾਕਾ ਨਨਕਾਣਾ ਅਸੀਂ ਕਹਿ ਦਿੰਦੇ ਹਾਂ, ਅਸੀਂ ਕਹਿ ਦਿੰਦੇ ਹਾਂ ਸਾਕਾ ਪੰਜਾ ਸਾਹਿਬ। ਸਾਕਾ ਸ਼ਬਦ ਵੱਖਰਾ ਹੈ, ਸਾਕਾ ਚਮਕੌਰ ਸਾਹਿਬ, ਸਾਕਾ ਸਰਹੰਦ ਸ਼ਬਦ। ਸਾਕੇ ਦਾ ਮਤਲਬ ਹੁੰਦਾ ਹੈ ਜਦੋਂ ਇੱਕ ਬਹੁਤ ਵੱਡੀ ਘਟਨਾ ਸਾਡੇ ਇਤਿਹਾਸ ਵਿੱਚ ਜੁੜ ਜਾਏ ਤੇ ਉਸ ਘਟਨਾ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਨ, ਉਸ ਨੂੰ ਸਾਕਾ ਕਿਹਾ ਜਾਂਦਾ। ਜਿਵੇਂ ਚਮਕੌਰ ਦੀ ਗੜੀ, ਸਰਹੰਦ ਦੀਆਂ ਦੀਵਾਰਾਂ। ਤੇ ਘੱਲੂਘਾਰੇ ਦਾ ਮਤਲਬ ਹੁੰਦਾ ਜਦੋਂ ਇੱਕ ਦਿਨ ਦੇ ਵਿੱਚ ਕੌਮ ਦਾ ਬਹੁਤ ਵੱਡਾ ਹਿੱਸਾ ਤਬਾਹ ਕਰ ਦਿੱਤਾ ਜਾਏ, ਉਹਨੂੰ ਕਿਹਾ ਜਾਂਦਾ ਹੈ ਘੱਲੂਘਾਰਾ। ਹੁਣ ਸਿੱਖ ਕੌਮ ਦੇ ਵਿੱਚ 3 ਘੱਲੂਘਾਰੇ ਵਾਪਰੇ ਨੇ। ਪਹਿਲਾ ਘੱਲੂਘਾਰਾ ਵਾਪਰਦਾ ਹੈ 1746 ਈਸਵੀ ਦੇ ਵਿੱਚ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ 1708 ਦੇ ਵਿੱਚ ਜੋਤੀ ਜੋਤ ਸਮਾ ਜਾਂਦੇ ਨੇ ਨੰਦੇੜ ਦੀ ਧਰਤੀ ਤੇ। ਹੁਣ ਸਾਧ ਸੰਗਤ ਥੋੜੀ ਜਿਹੀ ਤਵੱਜੋ ਦੇ ਕੇ ਇਸ ਵਿਸ਼ੇ ਨੂੰ ਸਮਝਣਾ, ਕਿਉਂਕਿ ਜਿਹੜਾ ਇਤਿਹਾਸ ਹੈ ਨਾ, ਇਹ ਸਾਡੇ ਵਾਸਤੇ ਬੜਾ ਜ਼ਰੂਰੀ ਹੈ। ਇਤਿਹਾਸ ਹੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਭਵਿੱਖ ਨੂੰ ਤੈਅ ਕਰਦਾ ਹੈ। ਇਤਿਹਾਸ ਤੋਂ ਹੀ ਅਸੀਂ ਸਬਕ ਲੈਣੇ ਹੁੰਦੇ ਨੇ ਤੇ ਇਤਿਹਾਸ ਨੂੰ ਪੜ੍ਹ ਕੇ ਹੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣਾ ਵਿਰਸਾ ਦੱਸਣਾ ਹੁੰਦਾ ਹੈ। ਪਰ ਸਾਡਾ ਦੁਖਾਂਤ ਪਤਾ ਕੀ ਰਿਹਾ?
ਅਸੀਂ ਇਤਿਹਾਸ ਵਾਲੇ ਪਾਸੇ ਬਹੁਤ ਘੱਟ ਗਏ। ਅੱਜ ਤੁਸੀਂ ਸਾਡੇ ਬੱਚਿਆਂ ਦਾ ਲੈਵਲ ਵੇਖੋ। ਅੱਜ ਸਾਡੇ ਬੱਚੇ ਕਿੰਨਾ ਚੀਜ਼ਾਂ ਨੂੰ ਜ਼ਿਆਦਾ ਪਸੰਦ ਕਰਦੇ ਨੇ। ਵਧੀਆ ਬੰਦੇ ਕੋਲ ਗੱਡੀ ਹੋਵੇ, ਵਧੀਆ ਬੰਦੇ ਦਾ ਮਕਾਨ ਘਰ ਬਣਿਆ ਹੋਵੇ। ਅੱਜ ਅਸੀਂ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਤਵੱਜੋ ਦੇ ਬੈਠੇ। ਇਹਨਾਂ ਚੀਜ਼ਾਂ ਦੇ ਵਿੱਚ ਅੱਜ ਸਾਡਾ ਸਮਾਜ ਜ਼ਿਆਦਾ ਗ੍ਰਸ ਚੁੱਕਾ ਹੈ। ਤੇ ਵੇਖਦੇ ਕਿਹਨਾਂ ਨੂੰ ਨੇ? ਆਪਣੇ ਘਰ ਵਿੱਚ ਆਪਣੀਆਂ ਮਾਵਾਂ ਨੂੰ, ਆਪਣੇ ਪਿਓਾਂ ਨੂੰ, ਦਾਦੀਆਂ ਨੂੰ। ਅਸੀਂ ਇਤਿਹਾਸ ਭੁੱਲ ਕੇ ਤੇ ਇਹਨਾਂ ਚੀਜ਼ਾਂ ਵੱਲ ਆ ਗਿਆ ਵੀ ਬੰਦੇ ਕੋਲ ਬਹੁਤ ਸਾਰਾ ਧਨ ਪਦਾਰਥ ਹੋਵੇ। ਇੱਕ ਗੱਲ ਨੂੰ ਹਮੇਸ਼ਾ ਆਪਣੇ ਪੱਲੇ ਵਿੱਚ ਬੰਨ੍ਹ ਕੇ ਰੱਖਿਓ, ਪੈਸੇ ਨਾਲ ਬੰਦਾ ਜ਼ਿੰਦਗੀ ਵਿੱਚ ਬੜੇ ਮਸਲੇ ਹੱਲ ਕਰ ਸਕਦਾ ਹੈ, ਪਰ ਬੰਦੇ ਦੀ ਜ਼ਿੰਦਗੀ ਦਾ ਮਨੋਰਥ ਇਕੱਲਾ ਪੈਸਾ ਨਹੀਂ ਹੈ। ਜੇ ਤੁਸੀਂ ਆਖੋ ਵੀ ਬੰਦੇ ਦੀ ਜ਼ਿੰਦਗੀ ਦਾ ਮਨੋਰਥ ਇਕੱਲਾ ਪੈਸਾ ਹੀ ਹੈ, ਤੇ ਪੈਸੇ ਤਾਂ ਔਰੰਗਜ਼ੇਬ ਕੋਲ, ਸ਼ਾਹਜਹਾਨ ਕੋਲ, ਬਾਦਸ਼ਾਹ ਫਰਖਸ਼ੀ ਕੋਲ ਬੜਾ ਪੈਸਾ ਸੀ ਇਹਨਾਂ ਕੋਲ। ਪਰ ਲਾਲਚ ਦਾ ਹੱਥ ਬੰਨਾ ਪੈਸੇ ਨਾਲ ਨਹੀਂ ਤੁਸੀਂ ਮਾਫ ਤੋਲ ਸਕਦੇ। ਪੈਸਾ ਤਾਂ ਮੋਦੀ ਕੋਲ ਵੀ ਬਹੁਤ ਹੈ, ਪਰ ਸਾਡੀਆਂ ਜ਼ਮੀਨਾਂ ਨੂੰ ਪੈ ਗਿਆ ਨਾ ਉਹ, ਇਹਦਾ ਮਤਲਬ ਲਾਲਚ ਹੈ ਨਾ ਮਨ ਵਿੱਚ। ਪੈਸਾ ਜ਼ਿੰਦਗੀ ਦਾ ਅਖੀਰੀ ਅੰਤ ਨਹੀਂ ਹੈਗਾ। ਪੈਸੇ ਨਾਲ ਸਿਰਫ ਬੰਦਾ ਸਰੀਰਕ ਤੌਰ ਤੇ ਸੁੱਖ ਸਹੂਲਤਾਂ ਮਾਣ ਸਕਦਾ ਹੈ, ਪਰ ਪੈਸੇ ਨਾਲ ਬੰਦਾ ਆਪਣੇ ਅੰਦਰ ਦੀ ਸੰਤੁਸ਼ਟੀ ਨੂੰ ਨਹੀਂ ਲੱਭ ਸਕਦਾ, ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾ ਜਾਂਦੇ ਨੇ। ਉਸ ਤੋਂ ਬਾਅਦ ਸਿੱਖ ਕੌਮ ਦੇ ਅਗਲੇ ਜਰਨੈਲ ਬਣਦੇ ਨੇ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਨੰਦੇੜ ਦੀ ਧਰਤੀ ਤੋਂ ਪੰਜਾਬ ਵਾਲੇ ਪਾਸੇ ਨੂੰ ਭੇਜਿਆ। ਹੁਣ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਕੀ ਸੀ? ਬੰਦਾ ਸਿੰਘ ਬਹਾਦਰ ਦੇ ਸਾਹਮਣੇ ਚਮਕੌਰ ਦੀ ਗੜੀ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਦੇ ਸਾਹਮਣੇ ਸਰਹੰਦ ਦੀਆਂ ਦੀਵਾਰਾਂ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਦੇ ਸਾਹਮਣੇ ਆਨੰਦਪੁਰ ਦੇ ਢੱਕੇ ਹੋਏ ਉਹ ਮਨਾਰੇ ਸੀ, ਜਿਹੜੇ ਅੱਜ ਵੀ ਚੀਕ ਕੇ ਇਸ ਗੱਲ ਦਾ ਪ੍ਰਗਟਾਵਾ ਕਰਦੇ ਨੇ, ਆਓ ਆਨੰਦਪੁਰ ਦੀ ਧਰਤੀ ਤੇ ਇਕੱਠੇ ਹੋ ਕੇ ਅਸੀਂ ਕਲਗੀਆਂ ਵਾਲੇ ਦੇ ਸਿੰਘ ਬਣ ਸਕੀਏ, ਕਲਗੀਆਂ ਵਾਲੇ ਦੇ ਪੁੱਤ ਬਣ ਸਕੀਏ। ਬਾਬਾ ਬੰਦਾ ਸਿੰਘ ਬਹਾਦਰ ਨੰਦੇੜ ਦੀ ਧਰਤੀ ਤੋਂ ਚੱਲਦਾ ਹੈ, ਪੰਜਾਬ ਵਿੱਚ ਆਉਂਦਾ ਹੈ, ਤੇ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਆਣ ਕੇ ਸਮਾਣੇ ਤੇ ਸਢੌਰੇ ਨੂੰ ਫਤਿਹ ਕਰਦਾ ਹੈ, ਤੇ ਸਾਹਿਬਜ਼ਾਦਿਆਂ ਦੇ ਕਾਤਲਾਂ ਨੂੰ ਉੱਥੇ ਮਾਰ ਮੁਕਾਉਂਦਾ ਹੈ। ਤੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਦਾ ਪਹਿਲਾ ਸੂਬੇਦਾਰ ਬਣਦਾ, ਸਿੱਖ ਜਰਨੈਲ। ਹੁਣ ਇੱਥੇ ਇੱਕ ਛੋਟੀ ਜਿਹੀ ਬੇਨਤੀ ਹੋਰ ਕਰਦੇ ਹਾਂ। ਜਦੋਂ ਤੁਸੀਂ ਰੋਪੜ ਦੇ ਏਰੀਏ ਵਿੱਚ ਜਾਓਗੇ ਨਾ, ਉਹਦੇ ਆਲੇ ਦੁਆਲੇ ਬੜੇ ਪਿੰਡ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਦਾ ਨਾਮ ਮਾਜਰਾ ਪਿੱਛੇ ਲੱਗਦਾ ਹੈ। ਦੁੱਧ ਸਿੰਘ ਵਾਲਾ ਮਾਜਰਾ, ਕਰੋੜ ਮਾਜਰਾ, ਬਹੁਤ ਸਾਰੇ ਮਾਜਰੇ ਤੁਹਾਨੂੰ ਮਿਲ ਜਾਣਗੇ। ਸਰਹੰਦ ਦੇ ਆਸ-ਪਾਸ ਜਿੰਨੇ ਵੀ ਪਿੰਡ ਸਨ, ਉਹਨਾਂ ਸਾਰੇ ਪਿੰਡਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੀ ਵਾਰ ਇਤਿਹਾਸ ਵਿੱਚ ਉੱਥੋਂ ਦੇ ਜ਼ਮੀਨਾਂ ਦੇ ਮਾਲਕ ਬਣਾਇਆ ਸੀ। ਪਹਿਲੀ ਵਾਰ ਇਤਿਹਾਸ ਵਿੱਚ ਜਿਹੜਾ ਬੰਦਾ ਜਿਸ ਜ਼ਮੀਨ ਤੇ ਹਲ ਵਾਹੁੰਦਾ ਸੀ, ਉਹਨੂੰ ਬੰਦੇ ਨੂੰ ਉਸ ਜ਼ਮੀਨ ਦਾ ਮਾਲਕ ਬਣਾਇਆ ਸੀ। ਅਸੀਂ ਕਹਿੰਦੇ ਹਾਂ ਪੱਛਮੀ ਦੇਸ਼ ਬੜੇ ਐਡਵਾਂਸ ਨੇ, ਪੱਛਮ ਦੀਆਂ ਦਰਜਾਂ ਤੇ ਅੱਜ ਅਸੀਂ ਵੀ ਜ਼ਿੰਦਗੀ ਜੀਣੀ ਸ਼ੁਰੂ ਕਰ ਦਿੱਤੀ, ਪਰ ਪੱਛਮੀ ਦੇਸ਼ਾਂ ਵਿੱਚ ਵੀ ਕ੍ਰਾਂਤੀ ਬਾਅਦ ਵਿੱਚ ਆਈ ਹੈ। ਇਸ ਗੱਲ ਦਾ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਸਾਡੀਆਂ ਜ਼ਮੀਨਾਂ ਦੇ ਮਾਲਕ ਪਹਿਲੀ ਵਾਰ ਸਰਹੰਦ ਫਤਿਹ ਕਰਨ ਤੋਂ ਬਾਅਦ ਬਣਾਇਆ ਸੀ। ਉਸ ਤੋਂ ਬਾਅਦ ਸਮਾਂ ਕਰਵਟ ਬਦਲਦਾ ਹੈ, ਬਾਬਾ ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਉਹਨਾਂ ਦੇ ਪੁੱਤਰ ਨੂੰ ਸ਼ਹੀਦ ਕਰ ਦਿੱਤਾ ਜਾਂਦਾ। ਉਸ ਤੋਂ ਬਾਅਦ 1726 ਈਸਵੀ ਦੇ ਵਿੱਚ ਭਾਈ ਤਾਰਾ ਸਿੰਘ ਮਾਂ ਦੀ ਸ਼ਹਾਦਤ ਹੁੰਦੀ ਹੈ। ਅੱਜ ਵਾਂ ਪਿੰਡ ਸਾਡੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹੈ, ਜਿਹੜਾ ਕਿ ਪਾਕਿਸਤਾਨ ਜਿਹੜਾ ਬਾਰਡਰ ਹੈ ਉਹਦੇ ਕੰਢੇ ਤੇ ਵਾਂ ਪਿੰਡ ਹੈ। ਉਸ ਪਿੰਡ ਵਿੱਚ ਭਾਈ ਤਾਰਾ ਸਿੰਘ ਮਾਂ ਦੀ ਸ਼ਹਾਦਤ ਹੁੰਦੀ ਹੈ ਤੇ ਸਿੱਖ ਕੌਮ ਨੂੰ ਉਸ ਸ਼ਹਾਦਤ ਦਾ ਰੋਹ ਜਾਗਦਾ ਹੈ। ਸਿੱਖ ਇੱਕ ਝੰਡੇ ਥੱਲੇ ਇਕੱਠੇ ਹੁੰਦੇ ਨੇ। ਭਾਈ ਮਨੀ ਸਿੰਘ ਉਹਨਾਂ ਨੂੰ ਇੱਕ ਝੰਡੇ ਥੱਲੇ ਲੈ ਕੇ ਆਉਂਦੇ ਨੇ ਤੇ ਸਿੱਖਾਂ ਦੇ ਦੋ ਜਥੇ ਬਣਾਏ ਜਾਂਦੇ ਨੇ, ਇੱਕ ਤਰਣਾ ਦਲ ਤੇ ਦੂਜੇ ਦਾ ਨਾਮ ਰੱਖਿਆ ਜਾਂਦਾ ਹੈ ਬੁੱਢਾ ਦਲ। ਤਰਣਾ ਦਲ ਦੇ ਵਿੱਚ ਉਹ ਸਿੰਘ ਸਨ ਜਿਹੜੇ 40 ਸਾਲ ਤੋਂ ਘੱਟ ਉਮਰ ਦੇ ਸਨ, ਤੇ ਬੁੱਢਾ ਦਲ ਵਿੱਚ ਉਹ ਸਿੰਘ ਸਨ ਜਿਹੜੇ 40 ਸਾਲ ਤੋਂ ਵੱਧ ਉਮਰ ਦੇ ਸਨ। ਤਰਣਾ ਦਲ ਵਾਲਿਆਂ ਦੀ ਡਿਊਟੀ ਇਹ ਲਾਈ ਗਈ ਕਿ ਜਦੋਂ ਵੀ ਕੋਈ ਬਾਹਰੋਂ ਹਮਲਾਵਰ ਆਉਂਦਾ ਹੈ ਨਾ, ਉਹਦਾ ਮੁਕਾਬਲਾ ਕਰਨਾ ਹੈ। ਤੇ ਬੁੱਢਾ ਦਲ ਦੀ ਇਹ ਡਿਊਟੀ ਸੀ ਕਿ ਜਿੰਨੇ ਵੀ ਗੁਰਦੁਆਰੇ ਨੇ, ਇਹਨਾਂ ਸਾਰਿਆਂ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੰਭਾਲਣਾ ਹੈ। ਹੋਣੀ ਕਰਤਾਰ ਦੀ 1734 ਦੇ ਵਿੱਚ ਭਾਈ ਮਨੀ ਸਿੰਘ ਜੀ ਲਾਹੌਰ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ। ਉਹਨਾਂ ਦਾ ਬੰਦ ਕੱਟਿਆ ਜਾਂਦਾ ਹੈ। ਸਿੱਖਾਂ ਦੇ ਵਿੱਚ ਫਿਰ ਰੋਹ ਜਾਗਦਾ ਹੈ। ਜ਼ਕਰੀਆ ਖਾਨ ਉਸ ਵਕਤ ਲਾਹੌਰ ਦਾ ਸੂਬੇਦਾਰ ਹੈ। 1745 ਦੇ ਵਿੱਚ ਨਗਰ ਪੂਲੇ ਦਾ ਰਹਿਣ ਵਾਲਾ ਭਾਈ ਤਾਰੂ ਸਿੰਘ, ਉਹਨਾਂ ਦਾ ਖੋਪੜ ਉਤਾਰਿਆ ਜਾਂਦਾ ਹੈ।
ਤੇ 1745 ਦੇ ਵਿੱਚ ਹੀ ਜਗਰੀਆ ਖਾਨ ਦੀ ਭਾਈ ਤਾਰੂ ਸਿੰਘ ਦੀ ਸ਼ਹਾਦਤ ਤੋਂ ਕੁਝ ਦਿਨਾਂ ਬਾਅਦ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਜਗਰੀਆ ਖਾਨ ਦਾ ਪੁੱਤਰ ਜਹੀਆ ਖਾਨ ਲਾਹੌਰ ਦੀ ਰਾਜਗੱਦੀ ਤੇ ਬੈਠਦਾ ਹੈ। ਹੁਣ ਇਹ ਉਹ ਸਮਾਂ ਹੈ ਜਦੋਂ ਜਹੀਆ ਖਾਨ ਦੇ ਆਲੇ ਦੁਆਲੇ ਲੋਕਾਂ ਨੇ ਉਹਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਜੇ ਪੰਜਾਬ ਵਿੱਚ ਤੂੰ ਹਕੂਮਤ ਚਲਾਉਣੀ ਹੈ ਨਾ ਤੇ ਪੰਜਾਬ ਦੇ ਵਿੱਚ ਰਹਿੰਦੇ ਸਿੱਖਾਂ ਨੂੰ ਤੈਨੂੰ ਖਤਮ ਕਰਨਾ ਪਊਗਾ, ਪੰਜਾਬ ਦੇ ਵਿੱਚ ਰਹਿੰਦੇ ਸਿੱਖਾਂ ਨੂੰ ਤੈਨੂੰ ਮਾਰਨਾ ਪਊਗਾ। ਕਾਹਨੂੰਵਾਨ ਦੇ ਸ਼ਾਮ ਵਿੱਚ ਸਿੱਖ ਲੁੱਟੇ ਸਨ। ਉਸ ਤੋਂ ਪਹਿਲਾਂ ਇੱਕ ਬਿਰਤਾਂਤ ਵਾਪਰਦਾ ਹੈ। ਲਖਪਤ ਰਾਏ ਤੇ ਜਸਪਤ ਰਾਏ ਦੋ ਭਰਾ ਸਨ ਜਿਹੜੇ ਕਿ ਲਾਹੌਰ ਦੇ ਦਰਬਾਰ ਵਿੱਚ ਕੰਮ ਕਰਦੇ ਸਨ। ਇੱਕ ਦਿਨ ਸਿੱਖ ਰੋੜੀ ਸਾਹਿਬ ਗੁਰਦੁਆਰੇ ਇਕੱਠੇ ਹੋਏ। ਰੋੜੀ ਸਾਹਿਬ ਗੁਰਦੁਆਰਾ ਉਹ ਗੁਰਦੁਆਰਾ ਹੈ ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਯਾਦ ਵਿੱਚ ਬਣਿਆ ਹੈ। ਜਦੋਂ ਮਹਾਰਾਜ ਭਾਈ ਲਾਲੋ ਦੇ ਘਰ ਐਮਨਾਬਾਦ ਦੀ ਧਰਤੀ ਤੇ ਜਾਂਦੇ ਨੇ ਤੇ ਉੱਥੇ ਅੱਜ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਹੈ। ਸਿੱਖ ਬੜੇ ਦਿਨਾਂ ਤੋਂ ਫਾਕਾ ਕੱਟਦੇ ਸਨ, ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਸਨ, ਜੰਗਲਾਂ ਵਿੱਚ ਰਾਤਾਂ ਬਤੀਤ ਕਰਦੇ ਸਨ। ਬੜਾ ਔਖਾ ਸਮਾਂ ਸੀ ਉਸ ਵਕਤ ਸਿੱਖਾਂ ਤੇ। ਪਰ ਕਿੰਨੀ ਕਮਾਲ ਦੀ ਗੱਲ ਹੈ, ਮੈਂ ਜਦੋਂ ਇਤਿਹਾਸ ਪੜ੍ਹਦਾ ਤੇ ਸਾਧ ਸੰਗਤ ਰੌਂਗਟੇ ਖੜੇ ਹੋ ਜਾਂਦੇ ਨੇ। ਅੱਜ ਅਸੀਂ ਸੁੱਖ ਸਹੂਲਤਾਂ ਦੇ ਨਾ ਸਾਧ ਸੰਗਤ ਆਦੀ ਹੋ ਗਏ, ਅਸੀਂ ਸਤਿਗੁਰ ਦੀ ਬਾਣੀ ਨੂੰ ਭੁੱਲ ਗਏ। ਉਸ ਵਕਤ ਉਹਨਾਂ ਸਿੱਖਾਂ ਨੇ ਆਪਣੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤੇ ਪੋਥੀਆਂ ਰੱਖਣੀਆਂ। ਇੱਕ ਸਿੱਖ ਨੇ ਆਪਣੀ ਪਿੱਠ ਥੱਲੇ ਨੂੰ ਕਰਨੀ, ਦੂਜੇ ਸਿੱਖ ਨੇ ਸਿੱਖ ਦੀ ਪਿੱਠ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ। ਜਿੰਨਾ ਕੁ ਸਮਾਂ ਹੋਣਾ ਬਾਣੀ ਪੜ੍ਹ ਲੈਣੀ, ਉਸ ਤੋਂ ਬਾਅਦ ਫਿਰ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਕਰਕੇ ਅੱਗੇ ਵਾਲੇ ਪਾਸੇ ਚਾਲੇ ਪਾ ਦੇਣੇ। ਇਹ ਸਾਡੇ ਬਜ਼ੁਰਗਾਂ ਨੇ ਸਮਾਂ ਹੰਢਾਇਆ ਹੈ, ਸਾਡੇ ਬਜ਼ੁਰਗਾਂ ਨੇ ਇਹਨਾਂ ਮੁਸੀਬਤਾਂ ਨੂੰ ਝੱਲਿਆ ਹੈ, ਪਰ ਅਸੀਂ ਭੁੱਲ ਗਏ ਉਹਨਾਂ ਦੀਆਂ ਕੁਰਬਾਨੀਆਂ। ਅੱਜ ਜੇ ਸਾਡੇ ਸਿਰ ਤੇ ਦਸਤਾਰ ਸੱਜੀ ਹੈ ਨਾ, ਪੱਗ ਬੱਝੀ ਹੈ ਤੇ ਉਹਨਾਂ ਦੀ ਬਦੌਲਤ ਬੱਝੀ ਹੈ। ਅੱਜ ਜੇ ਅਸੀਂ ਮਾਣ ਨਾਲ ਇੱਥੇ ਬੈਠੇ ਹਾਂ ਤੇ ਉਹਨਾਂ ਦੀ ਬਦੌਲਤ ਬੈਠੇ ਹਾਂ। ਨਹੀਂ ਤੇ ਵਕਤ ਦੀਆਂ ਹਕੂਮਤਾਂ ਉਦੋਂ ਵੀ ਸਾਡੀਆਂ ਵੈਰੀ ਸੀ ਤੇ ਵਕਤ ਦੀਆਂ ਹਕੂਮਤਾਂ ਅੱਜ ਵੀ ਸਾਡੀਆਂ ਵੈਰੀ ਨੇ। ਅੱਜ ਵੀ ਅਸੀਂ ਉਹਨਾਂ ਮੁਸੀਬਤਾਂ ਨਾਲ ਜੂਝ ਰਹੇ ਹਾਂ, ਪਰ ਉਸ ਵਕਤ ਦੇ ਸਿੱਖ ਬੜੇ ਸੁਚੇਤ ਸਨ, ਉਹਨਾਂ ਬਾਣੀ ਦਾ ਪੱਲਾ ਨਹੀਂ ਛੱਡਿਆ। ਭਾਈ ਤਾਰੂ ਸਿੰਘ ਖੋਪਰ ਲਾਉਣ ਤੋਂ ਬਾਅਦ 20 ਦਿਨ ਜੀਂਦਾ ਰਿਹਾ, ਪਰ ਭਾਈ ਤਾਰੂ ਸਿੰਘ ਨੇ ਆਪਣੇ ਹੱਥ ਵਿੱਚੋਂ ਜਪਜੀ ਸਾਹਿਬ ਦੀ ਬਾਣੀ ਦਾ ਗੁਟਕਾ ਨਹੀਂ ਸੀ ਛੱਡਿਆ। ਅੱਜ ਸਾਡੇ ਹੱਥਾਂ 'ਚੋਂ ਛੁਡਾ ਦਿੱਤੇ ਅਗਲਿਆਂ ਨੇ। ਬੜੀ ਪਾਲਿਸੀ ਦੇ ਨਾਲ ਜਦੋਂ ਅੰਗਰੇਜ਼ ਪੰਜਾਬ ਤੇ ਕਾਬਜ਼ ਹੁੰਦਾ ਹੈ, ਬੜੀ ਪਾਲਿਸੀ ਦੇ ਨਾਲ ਸਾਡੇ ਘਰਾਂ ਵਿੱਚੋਂ ਉਹਨਾਂ ਨੇ ਲਿਟਰੇਚਰ ਕੱਢਿਆ। ਕਰਮ ਸਿੰਘ ਹਿਸਟੋਰੀਅਨ ਬੜਾ ਵੱਡਾ ਇਤਿਹਾਸਕਾਰ ਹੋਇਆ, ਨਗਰ ਝਬਾਲ ਦਾ ਰਹਿਣ ਵਾਲਾ। ਝਬਾਲ ਨਗਰ ਦਾ ਸਿੱਖਾਂ ਨਾਲ ਬੜਾ ਗੂੜਾ ਸੰਬੰਧ ਹੈ। ਉਸ ਨਗਰ ਦੇ ਵਿੱਚ ਬਾਬਾ ਬੁੱਢਾ ਜੀ ਹੋਏ, ਬੀਬੀ ਵੀਰੂ ਦਾ ਆਨੰਦ ਕਾਰਜ ਉੱਥੇ ਹੋਇਆ। ਉਸ ਤੋਂ ਬਾਅਦ ਮਾਈ ਭਾ ਕੌਰ ਉਸੇ ਨਗਰ ਦੀ ਰਹਿਣ ਵਾਲੀ ਸੀ, ਉਹਦੇ ਲਾਗੇ ਪਿੰਡ ਸੀ ਬਾਬਾ ਬਘੇਲ ਸਿੰਘ ਦਾ, ਤੇ ਉਸੇ ਨਗਰ ਦੇ ਹੋਏ ਨੇ ਭਾਈ ਕਰਮ ਸਿੰਘ ਹਿਸਟੋਰੀਅਨ ਜਿਨ੍ਹਾਂ ਨੇ ਇਤਿਹਾਸ ਲਿਖਿਆ। ਅੱਜ ਜਿਹੜੀਆਂ ਚੀਜ਼ਾਂ ਅਸੀਂ ਪੜ੍ਹਦੇ ਐਵੇਂ ਨਹੀਂ ਸਾਡੇ ਤੱਕ ਪਹੁੰਚੀਆਂ। ਭਾਈ ਕਰਮ ਸਿੰਘ ਕਹਿੰਦੇ ਤਰਨਤਾਰਨ ਦੇ ਵਿੱਚ ਪੜ੍ਹਦੇ ਸਨ, ਪੜ੍ਹਾਈ ਵਿੱਚੇ ਛੱਡ ਦਿੱਤੀ, ਇਤਿਹਾਸ ਦਾ ਬੜਾ ਸ਼ੌਂਕ ਸੀ। ਕਹਿੰਦੇ ਮੈਂ ਇੱਕ ਘਰ ਵਿੱਚ ਗਿਆ, ਮੈਨੂੰ ਸੁਣਿਆ ਵੀ ਇੱਕ ਬਜ਼ੁਰਗ ਹੈ, ਉਹਦੇ ਕੋਲ ਪੁਰਾਣਾ ਲਿਟਰੇਚਰ ਹੈ, ਉਹਦੇ ਕੋਲ ਇੱਕ ਪੁਰਾਣੀ ਕਿਤਾਬ ਹੈ। ਉਸ ਕਿਤਾਬ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਲਿਖਿਆ ਹੈ। ਹੁਣ ਤੁਸੀਂ ਵੇਖੋ ਵੀ ਕਿੰਨੀ ਭੁੱਖ ਹੈ ਉਹਨਾਂ ਦੇ ਅੰਦਰ ਇਤਿਹਾਸ ਦੀ। ਉਸ ਕਿਤਾਬ ਵਿੱਚ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਤੇ ਭਾਈ ਕਰਮ ਸਿੰਘ ਉਸ ਕਿਤਾਬ ਨੂੰ ਲੈਣ ਵਾਸਤੇ ਉਸ ਨਗਰ ਵੱਲ ਨੂੰ ਚੱਲ ਪਏ। ਖਾਣ ਵਾਸਤੇ ਕੁਝ ਨਹੀਂ, ਪਹਿਨਣ ਵਾਸਤੇ ਕੋਈ ਬਹੁਤਾ ਚੰਗਾ ਨਹੀਂ। ਉਹਨਾਂ ਦਿਨਾਂ ਦੇ ਵਿੱਚ ਪਲੇਗ ਦੀ ਬਿਮਾਰੀ ਸੀ। ਪਲੇਗ ਦੀ ਬਿਮਾਰੀ ਇੱਕ ਛੂਤ ਦੀ ਬਿਮਾਰੀ ਸੀ ਜਿਹਨੇ ਬਹੁਤ ਵੱਡੇ ਪੱਧਰ ਤੇ ਉਹਨਾਂ ਸਮਿਆਂ ਵਿੱਚ ਤਬਾਹੀ ਮਚਾਈ ਸੀ। ਭਾਈ ਕਰਮ ਸਿੰਘ ਜਦੋਂ ਉਸ ਪਿੰਡ ਵਿੱਚ ਗਏ ਨਾ ਤੇ ਬਜ਼ੁਰਗ ਨੂੰ ਜਾ ਕੇ ਮਿਲੇ ਤੇ ਪਰਿਵਾਰ ਵਾਲਿਆਂ ਨੇ ਕਹਿਤਾ ਕਿ ਤੁਸੀਂ ਬਜ਼ੁਰਗ ਨੂੰ ਨਹੀਂ ਮਿਲ ਸਕਦੇ। ਉਹ ਕਹਿੰਦੇ ਵੀ ਇੱਕ ਤਾਂ ਇਹਨਾਂ ਕੋਲ ਇਤਿਹਾਸ ਦੀ ਕਿਤਾਬ ਹੈ, ਦੂਜਾ ਇਹ ਉਹ ਬਜ਼ੁਰਗ ਨੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਸਨ। ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਵਿੱਚ ਇਹਨਾਂ ਨੇ ਕੰਮ ਕੀਤਾ ਤੇ ਬੜੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਇਹਨਾਂ ਨੂੰ ਪਤਾ ਹੈ। ਭਾਈ ਕਰਮ ਸਿੰਘ ਜਦੋਂ ਉਹਨਾਂ ਕੋਲ ਗਏ, ਪਰਿਵਾਰ ਵਾਲਿਆਂ ਨੇ ਲਾਗੇ ਨਹੀਂ ਲੱਗਣ ਦਿੱਤਾ। ਕਰਨੀ ਕਰਤਾਰ ਦੀ ਤੀਜੇ ਦਿਨ ਫੇਰ ਜਦੋਂ ਭਾਈ ਕਰਮ ਸਿੰਘ ਉਹਨਾਂ ਦੇ ਘਰ ਵਿੱਚ ਗਏ ਤੇ ਆਉਂਦਿਆਂ ਨੂੰ ਉਹ ਬਜ਼ੁਰਗ ਚੜਾਈ ਕਰ ਚੁੱਕੇ ਸਨ। ਉਹਨਾਂ ਨੇ ਆਪਣੀ ਕਿਤਾਬ ਵਿੱਚ ਲਿਖਿਆ ਇਹਦੇ ਪਤਾ ਨਹੀਂ ਸਿੱਖ ਕੌਮ ਦਾ ਕਿੰਨਾ ਵੱਡਾ ਸਰਮਾਇਆ ਇਹਨਾਂ ਦੇ ਨਾਲ ਉੱਥੇ ਹੀ ਦਫਨ ਹੋ ਗਿਆ। ਅੰਗਰੇਜ਼ਾਂ ਨੇ ਪਤਾ ਕੀ ਕੀਤਾ, ਜਦੋਂ ਅੰਗਰੇਜ਼ ਪੰਜਾਬ ਤੇ ਕਾਬਜ਼ ਹੋਏ ਉਹਨਾਂ ਨੇ ਵੇਖਿਆ ਵੀ ਇਹਨਾਂ ਨੂੰ ਤਾਕਤ ਕਿੱਥੋਂ ਮਿਲਦੀ ਹੈ, ਇਹ ਕਿੱਥੋਂ ਇੰਨਾ ਬਲ ਪ੍ਰਾਪਤ ਕਰਦੇ ਨੇ। ਉਹਨਾਂ ਨੇ ਆਪਣਾ ਇੱਕ ਪੈਨਲ ਬਣਾਇਆ
ਉਹਨਾਂ ਸਾਰਿਆਂ ਨੇ ਇਸ ਗੱਲ ਨੂੰ ਭੋਗਿਆ ਵੀ ਇਹਨਾਂ ਨੂੰ ਤਾਕਤ ਇਹਨਾਂ ਦੀ ਬਾਣੀ ਤੇ ਇਹਨਾਂ ਦੇ ਇਤਿਹਾਸ ਵਿੱਚੋਂ ਮਿਲਦੀ ਹੈ। ਅਗਲੀ ਮੁਹਿੰਮ ਇਹਨਾਂ ਨੇ ਇਹ ਵੱਡੀ ਵੀ ਇਹਨਾਂ ਦੇ ਇਤਿਹਾਸ ਨੂੰ ਹੁਣ ਖਤਮ ਕੀਤਾ ਜਾਏ। ਹੁਣ ਉਹਨਾਂ ਨੇ ਇਤਿਹਾਸ ਨੂੰ ਵੇਖਿਓ ਕਿੱਦਾਂ ਖਤਮ ਕੀਤਾ। ਉਹਨਾਂ ਆਖਿਆ ਤੁਹਾਡੇ ਘਰ ਵਿੱਚ ਕੋਈ ਹਥਿਆਰ ਹੈ, ਤੁਹਾਡੇ ਘਰ ਵਿੱਚ ਕੋਈ ਪੁਰਾਣੀ ਪਈ ਕਿਤਾਬ ਹੈ, ਤੁਸੀਂ ਕਿਤਾਬ ਸਾਡੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿਓ, ਇਹਦੇ ਬਦਲੇ ਚੰਦ ਰੁਪਏ ਤੁਸੀਂ ਸਾਡੇ ਕੋਲੋਂ ਲੈ ਜਾਓ। ਉਹਨਾਂ ਨੇ ਘਰਾਂ ਵਿੱਚ ਜਿੰਨੇ ਹਥਿਆਰ ਸਨ ਉਹ ਵੀ ਇਕੱਠੇ ਕਰ ਲਏ ਤੇ ਸਾਡੇ ਘਰਾਂ ਵਿੱਚ ਜਿੰਨੀਆਂ ਪੁਰਾਤਨ ਪੋਥੀਆਂ ਸਨ ਉਹ ਵੀ ਇਕੱਠੀਆਂ ਕਰ ਲਈਆਂ। ਮਾਫ ਕਰਨਾ, ਅੱਜ ਅਸੀਂ ਸਾਧ ਸੰਗਤ ਇੰਨੇ ਕਿ ਸਿਆਣੇ ਆ, ਘਰ ਵਿੱਚ ਕਿਤੇ ਪੁਰਾਣੇ ਬਜ਼ੁਰਗ ਦੀ ਪੋਥੀ ਪਈ ਹੋਵੇ ਨਾ, ਅਸੀਂ ਪੋਥੀ ਚੁੱਕ ਕੇ ਗੁਰਦੁਆਰੇ ਤੇ ਜਾਂਦੇ ਹਾਂ। ਅਸੀਂ ਕਹਿੰਦੇ ਸਾਡੇ ਕਿਹੜਾ ਕੰਮ ਹੈ। ਅਸੀਂ ਪੜ੍ਹ ਕੇ ਨਹੀਂ ਵੇਖਦੇ ਵੀ ਕਿੰਨੀ ਕੀਮਤੀ ਪੋਥੀ ਹੈ। ਅਸੀਂ ਪੜ੍ਹ ਕੇ ਨਹੀਂ ਵੇਖਦੇ ਵੀ ਇਹਦੇ ਵਿੱਚ ਕੀ ਲਿਖਿਆ ਹੈ। ਇਹ ਗੱਲ ਦੂਜੀਆਂ ਕੌਮਾਂ ਵਿੱਚ ਨਹੀਂ ਹੈ। ਅੱਜ ਅਸੀਂ ਟੁੱਟੇ ਕਿਉਂ ਆਪਣੀ ਵਿਰਾਸਤ ਨਾਲੋਂ? ਪੁਰਾਣੀਆਂ ਤੋਂ ਪੁਰਾਣੀਆਂ ਚੀਜ਼ਾਂ ਪੁਰਾਣੀਆਂ ਕੌਮਾਂ ਦੇ ਵਿੱਚ ਪਈਆਂ ਨੇ। ਉਹਨਾਂ ਨੂੰ ਪਤਾ ਹੈ ਵੀ ਇਹਨਾਂ ਨੂੰ ਸਿੱਖਿਆ ਇਹਨਾਂ ਦੇ ਇਤਿਹਾਸ ਵਿੱਚੋਂ ਮਿਲਦੀ ਹੈ। ਅਗਲਿਆਂ ਨੇ ਸਿੱਖ ਰਾਈਫਲਸ ਲਾਇਬ੍ਰੇਰੀ ਜੂਨ 1984 ਵਿੱਚ ਕੁਝ ਸਾੜ ਦਿੱਤੀ ਤੇ ਕੁਝ ਪੋਥੀਆਂ ਤੇ ਕੁਝ ਕਿਤਾਬਾਂ ਚੁੱਕ ਕੇ ਭਾਰਤ ਸਰਕਾਰ ਨੇ ਆਪਣੇ ਖਜ਼ਾਨੇ ਵਿੱਚ ਜਮ੍ਹਾਂ ਕਰ ਲਈਆਂ। ਕਿਉਂ? ਕਿਉਂਕਿ ਜੇ ਸਾਡੇ ਕੋਲ ਸਾਡਾ ਪੁਰਾਤਨ ਵਿਰਸਾ ਇਤਿਹਾਸ ਹੀ ਨਹੀਂ ਬਚੂਗਾ ਤੇ ਅਸੀਂ ਆਪਣੀ ਪਛਾਣ ਕਿੱਦਾਂ ਦੱਸ ਪਾਵਾਂਗੇ? ਪਛਾਣ ਤਾਂ ਸਾਡੀ ਸਾਡੇ ਪੁਰਾਤਨ ਇਤਿਹਾਸ ਦੀ ਹੋਣੀ ਹੈ ਨਾ। ਪਰ ਅਸੀਂ ਵੀ ਇਸ ਗੱਲੋਂ ਘੱਟ ਨਹੀਂ ਗੁਜ਼ਾਰੀ। ਪੁਰਾਣੀ ਪੋਥੀ ਪਈ ਹੈ ਗੁਰਦੁਆਰੇ ਦੇ ਦਿੱਤੀ। ਮਾਫ ਕਰਨਾ, ਕੌਮ ਦਾ ਬੇਸ਼ਕੀਮਤੀ ਸਰਮਾਇਆ ਪੁਰਾਤਨ ਕਹਿ ਕੇ ਅਸੀਂ ਉਹਨੂੰ ਅਗਰ ਭੇਟ ਕਰ ਦਿੱਤਾ ਤੇ ਇਹਨੂੰ ਬੜੀ ਵੱਡੀ ਸੇਵਾ ਸਮਝੀ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੁਰਾਤਨ ਬੀੜਾਂ ਗੋਇੰਦਵਾਲ ਸਾਹਿਬ ਦੇ ਵਿੱਚ ਸੇਵਾ ਦੇ ਨਾਂ ਦੇ ਪਤਾ ਨਹੀਂ ਕਿੱਡਾ ਵੱਡਾ ਸਰਮਾਇਆ ਅਸੀਂ ਤਬਾਹ ਕਰ ਬੈਠੇ। ਇਹ ਗੱਲ ਦੂਜੀਆਂ ਕੌਮਾਂ ਵਿੱਚ ਨਹੀਂ ਹੈ। ਉਹ ਅਗਲੇ ਹਿੰਦੂਆਂ ਦਾ ਕੋਈ ਇਤਿਹਾਸ ਨਹੀਂ ਹੈ, ਪਰ ਉਹਨਾਂ ਨੇ ਹੁਣ ਇਸ ਗੱਲ ਤੇ ਜ਼ੋਰ ਲਾਇਆ ਹੋਇਆ ਵੀ ਇਤਿਹਾਸ ਨਾਲ ਕਿੱਦਾਂ ਉਹਦੀਆਂ ਕੜੀਆਂ ਜੋੜੀਆਂ ਜਾਣ। ਰਾਮ ਚੰਦਰ ਜੀ ਦਾ ਪਤਾ ਨਹੀਂ ਕਦੋਂ ਹੋਏ ਨੇ, ਪਰ ਉਹਨਾਂ ਨੇ ਸਨ ਸੰਮਤ ਕੱਢ ਲਏ ਤੇ ਅਸੀਂ ਆਪਣੇ ਇਤਿਹਾਸ ਨੂੰ ਵੀ ਮਿਥਿਹਾਸ ਬਣਾਉਣ ਤੇ ਤੁਲੇ ਹੋਏ ਆ। ਕਿੰਨੀ ਵੱਡੀ ਤਰਾਸਦੀ ਹੈ ਸਾਡੀ। ਸੁੱਖ ਹੈ 1746 ਈਸਵੀ ਦੇ ਵਿੱਚ ਸਿੱਖ ਰੋੜੀ ਸਾਹਿਬ ਗੁਰਦੁਆਰੇ ਇਕੱਠ ਕਰਦੇ ਨੇ। ਜਸਪਤ ਰਾਏ ਕਹਿੰਦਾ ਤੁਸੀਂ ਮੇਰੇ ਇਲਾਕੇ ਵਿੱਚ ਨਹੀਂ ਕਹਿ ਸਕਦੇ, ਇੱਥੋਂ ਚਲੇ ਜਾਓ। ਜਿਹੜੇ ਸਿੱਖ ਜਥੇਦਾਰ ਸਨ, ਜਰਨੈਲ ਸਨ, ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ। ਕਹਿਣ ਲੱਗੇ 3 ਦਿਨ ਤੋਂ ਫਾਕਾ ਕੱਟਦੇ ਆਏ ਆ, ਅੱਜ ਕਿਤੇ ਬੈਠਣ ਵਾਸਤੇ ਜਗ੍ਹਾ ਮਿਲੀ ਹੈ, ਬਸ ਅਸੀਂ ਅੱਜ ਰਾਤ ਇੱਥੇ ਟਿਕਾਣਾ ਕਰਨਾ ਹੈ ਤੇ ਸਵੇਰ ਨੂੰ ਇੱਥੋਂ ਚਾਲੇ ਪਾ ਦਿਆਂਗੇ। ਅੱਜ ਰਾਤ ਸਾਨੂੰ ਇਸ ਗੁਰਦੁਆਰੇ ਵਿੱਚ ਠਹਿਰ ਲੈਣ ਦਿਓ। ਜਸਪਤ ਰਾਏ ਨੇ ਆਖਿਆ ਨਹੀਂ। ਆਪਣੇ ਸਿਪਾਹੀ ਲੈ ਕੇ ਜਸਪਤ ਰਾਏ ਸਿੱਖਾਂ ਦੇ ਉੱਪਰ ਪੈ ਗਿਆ। ਸਿੱਖਾਂ ਨੇ ਅੱਗੋਂ ਤਲਵਾਰਾਂ ਕੱਢ ਲਈਆਂ। ਮਿਆਨਾਂ ਵਿੱਚੋਂ ਤਲਵਾਰਾਂ ਕੱਢ ਕੇ ਦੋਈ ਹੱਥੀ ਲੜਾਈ ਹੋਈ ਤੇ ਜਸਪਤ ਰਾਏ ਦਾ ਸਿਰ ਭਾਈ ਨਬਾਹੂ ਸਿੰਘ ਨੇ ਵੱਢਿਆ। ਜਦੋਂ ਇਸ ਗੱਲ ਦਾ ਪਤਾ ਲਾਹੌਰ ਦਰਬਾਰ ਨੂੰ ਲੱਗਾ ਤੇ ਲਖਪਤ ਰਾਏ ਜਿਹੜਾ ਜਸਪਤ ਰਾਏ ਦਾ ਭਰਾ ਸੀ, ਇਹਨੇ ਆਪਣੇ ਸਿਰ ਤੇ ਪੱਗ ਉਤਾਰੀ ਤੇ ਪੱਗ ਉਤਾਰ ਕੇ ਜਿਹੜਾ ਉਸ ਵਕਤ ਲਾਹੌਰ ਦਾ ਸੂਬੇਦਾਰ ਸੀ ਜਹੀਆ ਖਾਨ ਦੇ ਪੈਰਾਂ 'ਚ ਜਾ ਕੇ ਰੱਖੀ। ਕਹਿੰਦਾ ਉਹਨਾਂ ਚਿਰ ਪੱਗ ਮੈਂ ਆਪਣੇ ਸਿਰ ਤੇ ਨਹੀਂ ਰੱਖਾਂਗਾ ਜਿੰਨਾ ਚਿਰ ਇਹਨਾਂ ਦਾ ਪੂਰਾ ਖੋਜ ਇਸ ਧਰਤੀ ਤੋਂ ਮੈਂ ਮਿਟਾ ਨਹੀਂ ਦਿੰਦਾ। ਤੇ ਉਹਨੇ ਇੱਕ ਬਹੁਤ ਭੈੜੇ ਸ਼ਬਦ ਆਪਣੀ ਜ਼ੁਬਾਨ ਤੋਂ ਆ ਕੇ ਕਹਿੰਦਾ, ਇੱਕ ਖੱਤਰੀ ਨੇ ਇਹ ਧਰਮ ਸ਼ੁਰੂ ਕੀਤਾ ਸੀ, ਭਾਵ ਗੁਰੂ ਨਾਨਕ ਸਾਹਿਬ ਨੇ। ਕਹਿੰਦਾ ਹੁਣ ਮੈਂ ਖੱਤਰੀ ਇਸ ਧਰਮ ਨੂੰ ਇਸ ਦੁਨੀਆ ਤੋਂ ਮਿਟਾ ਕੇ ਹਟਾਂਗਾ। ਪਰ ਸਾਧ ਸੰਗਤ, ਇਸ ਧਰਮ ਨੂੰ ਇਸ ਕੌਮ ਨੂੰ ਮਿਟਾਉਣ ਦੇ ਦਾਅਵੇ ਕਰਨ ਵਾਲੇ ਇਸ ਦੁਨੀਆ ਤੋਂ ਚਲੇ ਗਏ, ਪਰ ਇਸ ਕੌਮ ਦਾ ਅੱਜ ਤੱਕ ਕਿਸੇ ਨੇ ਵਾਲ ਵਿੰਗਾਰ ਨਹੀਂ ਕੀਤਾ। ਇਹ ਸੱਚਾਈ ਹੈ ਤੇ ਨਾ ਹੀ ਕਰ ਸਕਦਾ ਹੈ। ਇਹ ਸਾਡੀ ਦਿਆਨਤਦਾਰੀ ਵੀ ਹੈ, ਇਹ ਸੇਵਾ ਦੀ ਭਾਵਨਾ ਹੈ। ਅੱਜ ਦੁਨੀਆ ਦੇ ਵਿੱਚ ਸਾਡੀ ਚਰਚਾ ਹੀ ਇਸ ਗੱਲੋਂ ਹੁੰਦੀ ਹੈ ਵੀ ਅਸੀਂ ਸੇਵਾ ਦੇ ਨਾਂ ਤੇ ਬਹੁਤ ਕੁਝ ਹੁਣ ਤੱਕ ਕਰ ਵੀ ਚੁੱਕੇ ਹਾਂ। ਇਹ ਸਾਡਾ ਚੰਗਾ ਪੱਖ ਵੀ ਹੈ। ਜਦੋਂ ਉਹਨੇ ਦਾਅਵਾ ਕੀਤਾ ਵੀ ਮੈਂ ਸਿੱਖਾਂ ਨੂੰ ਮਾਰ ਮੁਕਾਵਾਂਗਾ, ਗੁਰਦਾਸਪੁਰ ਏਰੀਏ ਦੇ ਵਿੱਚ ਉਹਨਾਂ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਅੱਜ ਗੁਰਦੁਆਰਾ ਸਾਹਿਬ ਬਣਿਆ। ਉਹ ਥਾਂ ਨੂੰ ਕਿਹਾ ਜਾਂਦਾ ਕਾਹਨੂੰ ਮਾਨ ਦੀ ਸ਼ਾਮ। ਉਸ ਵਕਤ ਉੱਥੇ ਬੜੇ ਜੰਗਲ ਹੁੰਦੇ ਸਨ। ਸਿੱਖ ਜੰਗਲਾਂ ਵਿੱਚ ਜਾ ਕੇ ਲੋਕ ਗਏ। ਮਈ ਦਾ ਮਹੀਨਾ ਸੀ, ਉੱਤੋਂ ਸੂਰਜ ਪੂਰੀ ਅੱਗ ਵਰਾ ਰਿਹਾ ਸੀ। ਲਖਪਤ ਰਾਏ ਨੂੰ ਇਸ ਗੱਲ ਦਾ ਪਤਾ ਲੱਗਾ ਵੀ ਸਿੱਖ ਇਹਨਾਂ ਝਿੜੀਆਂ ਦੇ ਵਿੱਚ ਲੁਕੇ ਹੋਏ ਨੇ। ਆਪਣੇ ਸਿਪਾਹੀ ਲੈ ਕੇ ਦੁਆਲੇ ਦੁਆਲੇ ਉਹਨੇ ਝਿੜੀਆਂ ਨੂੰ ਅੱਗ ਲਾ ਦਿੱਤੀ। ਉਹਨਾਂ ਝਿੜੀਆਂ ਦੇ ਵਿੱਚ ਬੱਚੇ ਵੀ ਸਨ, ਨੌਜਵਾਨ ਵੀ ਸਨ, ਬਜ਼ੁਰਗ ਵੀ ਸਨ। ਬਹੁਤ ਬੱਚੇ ਤੇ ਨੌਜਵਾਨ ਉਹਨਾਂ ਝਿੜੀਆਂ ਵਿੱਚ ਉਸ ਅੱਗ ਨਾਲ ਝੁਲਸ ਕੇ ਸ਼ਹੀਦੀ ਦਾ ਜਾਮ ਪੀ ਗਏ। ਜਿਹੜੇ ਬੱਚੇ ਸਨ ਉਹ ਫੌਜਾਂ ਨੂੰ ਚੀਰਦੇ ਹੋਏ ਰਾਵੀ ਦਰਿਆ ਵਾਲੇ ਪਾਸੇ ਨੂੰ ਤੁਰ ਪਏ। ਪਤਾ ਸਾਧ ਸੰਗਤ ਉਸ ਵਕਤ ਕਿੱਡਾ ਔਖਾ ਸਮਾਂ ਸੀ। ਲੜਦੇ ਲੜਦੇ 3 ਦਿਨ ਹੋ ਗਏ ਸਨ
लड़ते लड़ते 3 दिन हो गए सन, उन्हां दीयां तलवारां भी खुंडियां हो चुकियां सन, पर उन्होंने हौसला हिम्मत नहीं हारी। जो रावी दरिया के कंढे कंढे तुरे जाते सी ते पैरों में पाउण नूं कुछ चप्पल जां कोई इस तरह का ढंग तरीका नहीं सी, उन्होंने अपने शरीर के बस्तर लाए ते शरीर के बस्तर ला के अपने पैरों से वलेट के वो फिर रेता के विच तुर के गए। फिर उन्होंने ब्यास रावी दरिया नूं पार किया, कुछ ब्यास दरिया ते सतलुज दरिया पार करके ते मालवे वाले पासे नूं निकल गए। ये सी सिखां दा वो समा जिन्हों कि पहला घल्लूघारा कहा जाता है। इस घल्लूघारे दे विच एक दिन दे विच 15 तो लैके 20,000 सिखां दा कतल किया जाता है। 20,000 सिखां नूं शहीद किया जाता है, जिहदे विच बच्चे भी सन, नौजवान भी सन ते बजुर्ग भी सन। दूजा घल्लूघारा वापरदा है 5 फरवरी 1762 ईस्वी नूं, पहला 1746 ईस्वी नूं, दूजा वापरदा है 5 फरवरी 1762 ईस्वी नूं। इस घल्लूघारे दे विच मुख दोषी सी अहमद शाह अब्दाली, जिन्हों के इतिहास में दुरानी भी कहा है। अहमद शाह अब्दाली काबल का रहने वाला है, पंजाब से आता है, सिखां दे नाल लड़ाइयां लड़ चुका है, सरहंद दे विच भी कब्जा किया है, लाहौर दे विच भी उसका कब्जा है। पर बलेरकोटले के लागे एक जगह जिसका नाम है कोपर हीड़ा, उस थां ते सिखां दा खुरा खोज मिटाउण वास्ते 90,000 फौज अहमद शाह अब्दाली की सिखां ते टुट पैंदी है। एक बहुत बड़ा ग्रुप सी सिखां दा उस जगह ते, जिहदे विच बच्चे भी सन, औरतां भी सन, बजुर्ग भी सन। पर अहमद शाह अब्दाली की फौज जो टुट के पई ते सिखां ने भी मुकाबला किया। उस एक दिन दे विच 40 तो लैके 50,000 सिखां दा एक दिन दे विच कतल किया जाता, शहीद हुंदे ने। पर तुसीं वेखो साडी चढ़दी कला, साडा पैमाना उस वक्त कितना वड्डा सी। ਜਦੋਂ एक दिन ਦੇ ਵਿੱਚ ਸਿੱਖ ਇੰਨੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਦਾ ਕਤਲ ਕੀਤਾ ਜਾਂਦਾ, ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ, ਤੇ ਇੱਕ ਨਿਹੰਗ ਸਿੰਘ ਸਾਰੇ ਸਿੱਖਾਂ ਨੂੰ ਉਸ ਵਕਤ ਸੰਬੋਧਨ ਕਰ ਰਿਹਾ ਹੈ। ਉਹ ਨਿਹੰਗ ਸਿੰਘ ਉੱਚੀ ਉੱਚੀ ਉਹਨੇ ਆਪਣੇ ਹੱਥ ਵਿੱਚ ਨੀਲੇ ਰੰਗ ਦਾ ਕੱਪੜਾ ਫੜਿਆ ਹੋਇਆ ਹੈ, ਨੀਲੇ ਰੰਗ ਦਾ ਕੱਪੜਾ ਫੜ ਕੇ ਤੇ ਉੱਚੀ ਉੱਚੀ ਹਵਾ ਦੇ ਵਿੱਚ ਨਿਹੰਗ ਸਿੰਘ ਲਹਿਰਾ ਰਿਹਾ ਹੈ ਤੇ ਆਪਣੇ ਮੂੰਹ ਤੋਂ ਸ਼ਬਦ ਇਹ ਬੋਲ ਰਿਹਾ, ਤਤ ਖਾਲਸਾ ਰਹਿ ਗਏ ਗਏ ਸੋ ਕੋਟ ਗਵਾਏ। कहता तत खालसा रह गया जिन्नी खोट सी अज साडे विचों चली गई। ये चढ़दी कला का प्रतीक है। अज जिहड़ा नीला बाणा साडे तक पहुंचा है ना, बड़ा कीमती है। अज जिहड़ा ये उस वक्त के अकाली सन, जिहड़े उस वक्त इन्ने वड्डे तबाही के मंजर के विचों भी इहो जिहे बोल बोल रहे सन, ये अज वर्गे अकाली थोड़ा सन। अज वर्गे अकालियां दीयां पग्गां नीलियां ने, किरदार काले ने, ये सच्चाई है। पग्गां भावें नीलियां ने पर किरदार अंदरों काले हो चुके हैं। अज साडी कौम का सतल वल जाण का कारण की है? इहो ही कारण है ना। अज असीं बाहरों कुछ होर आ ते अंदरों कुछ होर आ। ताइयों महाराज जी बाणी ने आख्या सी ना, अंदरों आना बाहरों आना, कूड़ी कूड़ी गावे। बंदा अंदरों भी आना है ते बाहरों भी आना। होना पता किदां चाहिदा सी? जिन पट अंदर बाहर गुदड़ ते भले संसार, ਉਹ ਸੀ ਸੰਸਾਰ ਵਿੱਚ ਚੰਗੇ ਸੁਖ ਹੈ। ਇੰਨਾ ਵੱਡਾ ਘੱਲੂਘਾਰਾ ਵਾਪਰਦਾ ਹੈ ਤੇ ਉਸ ਘੱਲੂਘਾਰੇ ਤੋਂ ਬਾਅਦ ਸਿੱਖ ਰਾਜ ਕਾਇਮ ਹੁੰਦਾ ਹੈ। ਸਿੱਖ ਰਾਜ ਦੇ ਪਹਿਲਾ ਰਾਜਾ ਮਹਾਰਾਜਾ ਰਣਜੀਤ ਸਿੰਘ ਇਸ ਧਰਤੀ ਤੇ ਰਾਜ ਕਰਦਾ ਹੈ। ਪਰ 40 ਸਾਲ ਸਿੱਖ ਰਾਜ ਨਹੀਂ ਕੱਢਿਆ। ਮਹਾਰਾਜਾ ਰਣਜੀਤ ਸਿੰਘ ਦੀਆਂ ਅੱਖਾਂ ਬੰਦ ਹੁੰਦੀਆਂ ਨੇ। 10 ਸਾਲ ਦੇ ਵਿੱਚ ਸਿੱਖ ਰਾਜ ਦੇ ਕਿੰਗਰੇ ਢਹਿ ਜਾਂਦੇ ਨੇ। ਤੇ ਕਿੰਗਰੇ ਢਹਿਣ ਦਾ ਕਾਰਨ ਇਹ ਸੀ, ਅਸੀਂ ਆਪਣੇ ਜੀਵਨ ਨੂੰ ਬਹੁਤਾ ਐਸ਼ ਪ੍ਰਸਤੀ ਦੇ ਵਿੱਚ ਲੈ ਕੇ ਆ ਗਏ। ਐਸ਼ ਪ੍ਰਸਤੀ ਦਾ ਭਾਵ ਅਸੀਂ ਸੁਖ ਸਾਧਨਾ ਦੇ ਵਿੱਚ ਰਹਿਣਾ ਗਿੱਜ ਗਏ। ਅਸੀਂ ਸੁਖ ਸਹੂਲਤਾਂ ਨੂੰ ਮਾਣ ਲਿਆ। ਜਿਹੜੇ ਸਰੀਰ ਘੋੜਿਆਂ ਦੀਆਂ ਕਾਠੀਆਂ ਦੇ ਰਹਿੰਦੇ ਸਨ, ਜਦੋਂ ਮਹਿਲਾਂ ਵਿੱਚ ਸੌਣ ਦੇ ਆਦੀ ਹੋ ਗਏ, ਉਦੋਂ ਕੌਮ ਗੁਲਾਮ ਹੋ ਗਈ। ਇਹ ਸੱਚਾਈ ਹੈ। ਇੱਕ ਬੇਨਤੀ ਅਸੀਂ ਹੋਰ ਕਰਦੇ ਹਾਂ। ਸਤਿਗੁਰ ਦੀ ਬਾਣੀ ਦਾ ਵਾਕ ਹੈ, ਦੁੱਖ ਦਾਰੂ ਸੁਖ ਰੋਗ ਪਿਆ। कई बारी बंदे दे जीवन में दुख आते हैं तो बंदा दुखों भी दारू बना लेंदा है। कई बारी बंदा सुखों में रह के भी सुखों का आदी हो के शरीर में रोग लवा लेंदा। ये बंदे की मानसिकता है ना। जे तो चढ़दी कला वाला है तो दुखों में रह के भी बंदा सुख नूं प्राप्त कर दिंदा है। तो कई बारी सुखों में रह के भी बंदा सुख रैणियां बन के शरीर में रोग लवा लेंदा है। जो घोड़ियां दीयां काठियां ते सन सिख राज पैदा किया, जिदन महिला में सौना गिज गए, जिदन
सिख सरदारां नूं निजी लालचां ने मार दिता। रातों दिन नहीं चढ़िया, सिख राज तबाह हो गया, सिख राज के किंगरे पै गए, असीं अंग्रेजां दे गुलाम हो गए। इस तो बाद तीजा घल्लूघारा वापरदा है जून 1984 का, जिहड़े कि अज दिन चल रहे हैं। इस घल्लूघारे की नींह बड़ा लंबा समा पहला रखी गई सी। वैसे जे मैं इसनूं थोड़ा जिहा होर पिछे लैके जावां, ये टकरा कला जून 1984 का नहीं सी, ये टकरा उस वक्त का सी जो गुरु नानक साहब ने पंडित हरदयाल नूं आख्या सी किहड़ा जनेऊ मैनूं पाउण लगा है, ये जनेऊ मैनूं नहीं प्रवान हैगा, तेरा जनेऊ झूठा है, सच्चा नहीं। ये नफरत उदों दी लैके जून 1984 तक लैके आए ने, जिहड़ी कि जून 1984 विच इहदा एक वड्डे पੱਧਰ ते प्रगटावा हुंदा। इहदे कारण की ने, जदों असीं पिछोकड़ विच जाइए बहुत कुछ हिस्टरी दे विच इहो जिहा वापरिया जिहड़ा साडीआं अखां तो ओले हो गया। असीं सोचिया शायद ये समा साडे ते नहीं आवेगा, पर आया। साडे अकाल तख्त नूं ढाया गया, साडे सिखां नूं शहीद किया गया। इहो ही दिन चल रहे सन गुरु अर्जन साहब सच्चे पातशाह महाराज जी की शहादत ते सिख वड्डी गिणती दे विच गुरु अर्जन साहब सच्चे पातशाह महाराज की शहादत मनाउण वास्ते दरबार साहब इकट्ठे होए सन। पता पहले ही लग गया सी कि भारत सरकार के मन में की है। ये इक्के दिन प्रगटावा नहीं होया कि फौजां आईयां ते हमला कर दिता, इसकी प्लैनिंग बड़ा लंबा समा पहले चलती रही। देहरादून दे विच एक जगह है, उसका नाम है चकराता। उत्थे दरबार साहब वर्गा मॉडल तैयार करके पहला फौजां नूं उत्थे ट्रेनिंग दी गई कि किस तरीके नाल दरबार साहब नूं तबाह करना है, किस तरीके नाल अकाल तख्त ते हमला करना है, किस तरीके नाल उत्थे रहिंदे होए सिखां नूं शहीद करना है। ਉਹਦੀ ट्रेनिंग पहले दी गई सी। ये ना सोचिए भी अजनजेत वरतारा वापरिया। एक बेनती इत्थे होर करदे हां, उस वक्त की हुकूमत वालों ये दावा किया गया सी कि जेड़े इस जगह ते सिख रहिंदे ने इन्हां दी नीति देश नूं तोड़न दी है। पर उस वक्त कला अकाल तख्त साहब नहीं, पंजाब दे विच होर 200 के करीब गुरुद्वारे सन जिन्हां दे विच भारतीय फौज ने अंदर वड़ के उत्थे रहिंदे होए सिखां नूं शहीद कीता। कला अकाल तख्त नहीं सी, 200 होर गुरुद्वारे सन जिन्हां नूं उन्हां ने घेरा पाया ते उत्थे रहण वाले लोकां नूं तंग परेशान कीता। हुण आ करोना की महामारी चली है तो साडे सिखां ने लंगर लाए ने। सरकारां लोकां दे कोलों टैक्स लैके लोकां दा खून निचोड़ के उन्हां नूं कख नहीं दिंदियां। जिहड़ियां सरकारां लोकां दा टैक्स लैके चलदियां ने उन्हां दे कोलों ऑक्सीजन दे प्रबंध नहीं होए, पर साडे सिखां दे गुरुद्वारिਆਂ विच लंगर लगे ते अज वो भी सिखां दे गुरुद्वारिਆਂ विच आए जिहड़े सिखां नूं कहंदे सन देश तोड़न वास्ते इत्थे आए ने। अज वो भी इन्हां दी जय जयकार करदे ने। पर त्रासदी साडा दुख पता की है? दुख साडा ये है जो गुरु अर्जन साहब सच्चे पातशाह महाराज की शहादत आउंदी है ते साडी कौम उस शहादत नूं मनाउण दा वखरा ढंग है। छबीलां ला के मिठा जल जिहड़ा पिआया जांदा है, पर जदों साध संगत एडा वड्डा तीजा घल्लूघारा सिखां दे वापरिया, साडी कौम दे छोटे बच्चे ਜਿਹੜੇ उस वक्त दरबार साहब के विच सन उन्हां नूं उस सरोवर दे विचों पानी तक नहीं पीण दिता गया ਜਿਹੜਾ सिखां दे लहू नाल रंगिया होया सी। ये बड़ी वड्डी त्रासदी है साडी। अज तक सानू इंसाफ नहीं दिता गया ते ना ही सानू इंसाफ मिलना। ये सच्चाई है, ना ही इंसाफ दिता गया ते ना ही इंसाफ मिलना। मिलना क्यों नहीं? क्योंकि असीं भी धड़ियां विच वंडे आ ना। सानू भी ये चंगा लगता मैं कांग्रेसी हाँ, मैं अकाली हाँ। कोई इन्ना मान इस गल ते नहीं करता भी मैं गुरु का सिख हाँ, इन्ना मान इस गल ते नहीं करता कि मैं गुरु का सिख हाँ। मान इस गल ते करदे हां मैं कांग्रेसी हाँ, मैं अकाली हाँ, मैं आप दे धड़े नाल संबंधित हाँ। साडे घरां ते झंडियां भी उन्हां दीयां लगियां ने जिन्हां ने अज तक वंडिया है सानू, जिन्हां ने अज तक मारिया है सानू, जिन्हां ने अज तक लुटिया है सानू, जिन्हां ने अज तक तबाह कीता है सानू। असीं फिर भी उन्हां दीयां रैलियां विच जा के उन्हां दीयां भीड़ां बनदे हां। असीं फिर भी उन्हां दे नाल जाके उन्हां लीडरां दी हां विच हां भरदे हां। ये साडी बड़ी वड्डी त्रासदी है। जे असीं इंसाफ लैणा है ते सानू एक थां ते इकट्ठे होना पैना। अज भी असीं उस इंसाफ की मांग करिए। तुसीं वेखो कितनी हैरानी की गल है, ये गल कह के अकाल तख्त साहब ते हमला किया भी इत्थे अतवादी बड़े ने कि 2.5-3 महीने का बच्चा भी अतवादी है।
ਜਿਹਨੂੰ ਮਾਂ ਦੀ ਗੋਦ ਵਿੱਚੋਂ ਕੱਢ ਕੇ ਤੇ ਕੰਧ ਨਾਲ ਮਾਰ ਕੇ ਤੇ ਉਸ ਬੱਚੇ ਨੂੰ ਸ਼ਹੀਦ ਕਰ ਦਿੱਤਾ ਜਾਂਦਾ। ਕਿ ਉਹ ਵੀ ਅੱਤਵਾਦੀ ਸੀ? ਕਿ ਉਹਨੇ ਵੀ ਇਸ ਦੇਸ਼ ਨੂੰ ਤੋੜਨ ਵਾਸਤੇ ਕੋਈ ਹੱਥਕੰਡਾ ਬਣਾਇਆ ਸੀ? ਹਮੇਸ਼ਾ ਹੀ ਇਸ ਦੇਸ਼ ਵਿੱਚ ਸਾਡੇ ਨਾਲ ਦੂਜੇ ਦਰਜੇ ਦਾ ਵਿਤਕਰਾ ਹੁੰਦਾ ਆਇਆ ਹੈ। ਅੱਜ ਅਸੀਂ ਇਹਨਾਂ ਚੀਜ਼ਾਂ ਨਾਲ ਟੁੱਟੇ ਹਾਂ ਤਾਂ ਸਾਡਾ ਰਸਾਤਲ ਵਿੱਚ ਜਾਣ ਦਾ ਇਹੋ ਹੀ ਕਾਰਨ ਹੈ। ਜੇ ਅਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਵਿੱਚ ਫਿਰ ਲੈ ਕੇ ਆਉਣਾ ਚਾਹੁੰਦੇ ਹਾਂ ਤੇ ਸਾਨੂੰ ਆਪਣੇ ਇਤਿਹਾਸ ਨੂੰ ਪੜ੍ਹਨਾ ਪਏਗਾ, ਬੱਚਿਆਂ ਨੂੰ ਦੱਸਣਾ ਪਏਗਾ ਅੱਜ ਕੀ ਕੁਝ ਸਾਡੇ ਨਾਲ ਚੱਲਦਾ ਹੈ। ਪਹਿਲਾਂ ਪੰਜਾਬੀ ਸੂਬੇ ਤੇ ਏਡਾ ਵੱਡਾ ਮੋਰਚਾ ਲੱਗਾ, ਸਾਡਾ ਪੰਜਾਬ ਨਿੱਕਾ ਜਿਹਾ ਕੱਢ ਦਿੱਤਾ। ਸਾਡਾ ਦੂਜਾ ਵਿਤਕਰਾ ਪੰਜਾਬ ਦੇ ਪਾਣੀਆਂ ਨਾਲ ਕੀਤਾ ਗਿਆ। ਦੁਨੀਆ ਦੇ ਵਿੱਚ ਕੋਈ ਵੀ ਐਸਾ ਕਿੱਤਾ ਨਹੀਂ, ਕੋਈ ਵੀ ਐਸੀ ਥਾਂ ਨਹੀਂ ਤੁਸੀਂ ਕਿਸੇ ਦੇ ਪਾਣੀਆਂ ਦੇ ਡਾਕਾ ਮਾਰੋ। ਸਾਡੇ ਪਾਣੀਆਂ ਦੇ ਡਾਕਾ ਮਾਰਿਆ। ਪੰਜਾਬ ਦੇ ਵਿੱਚ ਜ਼ਮੀਨ ਦੇ ਥੱਲੋਂ ਪਾਣੀ ਕੱਢਣ ਵਾਸਤੇ ਸਾਨੂੰ ਮਜਬੂਰ ਕੀਤਾ। ਅੱਜ ਅਸੀਂ ਬੜੇ ਖੁਸ਼ ਹਾਂ, ਸਾਨੂੰ ਬੰਬੀਆਂ ਦੀ ਬਿਜਲੀ ਬੜੀ ਮੁਫਤ ਮਿਲੀ ਹੈ। ਆਉਣ ਵਾਲੇ 10-12 ਸਾਲਾਂ ਬਾਅਦ ਜਦੋਂ ਪੰਜਾਬ ਦੀ ਇਸ ਧਰਤੀ ਤੇ ਰੇਗਿਸਤਾਨ ਬਣ ਗਿਆ, ਉਹਨਾਂ ਇਹ ਨਹੀਂ ਕਹਿਣਾ ਬਿਜਲੀ ਅਸੀਂ ਮੁਫਤ ਦਿੱਤੀ ਸੀ, ਉਹਨਾਂ ਆਖਿਆ ਰੇਗਿਸਤਾਨ ਬਣਾਉਣ ਵਿੱਚ ਤੁਹਾਡਾ ਹੀ ਹੱਥ ਹੈ। ਤੁਸੀਂ ਪੰਜਾਬ ਦੇ ਥੱਲੋਂ ਪਾਣੀ ਕੱਢ ਕੇ ਝੋਨਾ ਲਾਇਆ ਸੀ ਨਾ, ਤੁਸੀਂ ਪੰਜਾਬ ਦੇ ਥੱਲੋਂ ਪਾਣੀ ਕੱਢ ਕੇ ਝੋਨਾ ਲਾ ਕੇ ਇਸ ਪੰਜਾਬ ਦੇ ਪਾਣੀ ਨੂੰ ਬਰਬਾਦ ਕੀਤਾ ਸੀ। ਰੇਲਵੇ ਸਟੇਸ਼ਨ ਤੇ ਜਾਓ, 1 ਲੀਟਰ ਦੀ ਬੋਤਲ ਤੁਹਾਨੂੰ 20 ਰੁਪਏ ਦੀ ਮਿਲਦੀ ਹੈ ਤੇ ਤੁਹਾਡੇ 1 ਕਿਲੋ ਚੌਲ ਦੀ ਕੀਮਤ ਦੇਖ ਲਓ ਤੇ 1 ਕਿਲੋ ਚੌਲ ਤਿਆਰ ਕਰਨ ਵਾਸਤੇ 4000 ਲੀਟਰ ਪਾਣੀ ਦੀ ਖਪਤ ਹੁੰਦੀ ਹੈ। ਅੱਜ ਅਸੀਂ ਕਿਹੜੀ ਜ਼ਿੰਦਗੀ ਦੇ ਵਿੱਚ ਜੀ ਰਹੇ ਹਾਂ? ਕੌਣ ਸਵਾਲ ਕਰੇਗਾ ਸਰਕਾਰਾਂ ਨੂੰ? ਕੌਣ ਪੁੱਛੇਗਾ ਇਹ ਗੱਲਾਂ? ਅੱਜ ਜਿਹੜੀ ਪੰਜਾਬ ਸੈਂਟਰ ਨਾਲ ਜੰਗ ਲੜ ਰਿਹਾ ਹੈ, ਇਸ ਜੰਗ ਦੇ ਵਿੱਚ ਵੱਡਾ ਰੋਲ ਨਿਭਾਉਣ ਵਾਲੇ ਅੱਜ ਪੰਜਾਬ ਦੇ ਰਾਜਨੀਤਿਕ ਲੀਡਰ ਨੇ। ਬੰਦਾ ਸਿੰਘ ਬਹਾਦਰ ਦੇ ਬੁੱਤ ਦਾ ਅਸੀਂ ਲਾ ਲਿਆ, ਪਰ ਬੰਦਾ ਸਿੰਘ ਬਹਾਦਰ ਤੋਂ ਅਸੀਂ ਅਗਵਾਈ ਨਹੀਂ ਲਈ। ਬੰਦਾ ਸਿੰਘ ਬਹਾਦਰ ਤੋਂ ਅਗਵਾਈ ਲਈ ਹੁੰਦੀ ਤੇ ਦੱਸਿਆ ਹੁੰਦਾ ਕਿ ਜ਼ਮੀਨਾਂ ਦੇ ਮਾਲਕ ਅਸੀਂ ਆ, ਇਹ ਜ਼ਮੀਨਾਂ ਸਾਡੀਆਂ ਨੇ। ਜੇ ਤੁਹਾਡੀ ਖਾਦ 100 ਰੁਪਏ ਵਧਦੀ ਹੈ ਤੇ ਤੁਹਾਡੀ ਕਣਕ ਦਾ ਭਾਅ 20 ਰੁਪਏ ਵਧਾਇਆ ਜਾਂਦਾ, ਕਿੱਥੋਂ ਬਚ ਪਾਵਾਂਗੇ ਅਸੀਂ? ਇਹ ਜਿਹੜੇ ਸਾਰਾ ਅੱਜ ਸਿਸਟਮ ਸਾਡੇ ਇਸ ਭਾਰਤ ਦੇਸ਼ ਵਿੱਚ ਚੱਲ ਰਿਹਾ ਸਾਡੇ ਵਾਸਤੇ ਮਾਰੂ ਹੈ। ਸਰਕਾਰਾਂ ਜਿਹੜੀਆਂ ਨੇ ਸਾਨੂੰ ਲਗਾਤਾਰ ਲੁੱਟ ਰਹੀਆਂ ਨੇ। ਇਹ ਤਾਂ ਸ਼ੁਕਰ ਹੈ ਕਿ ਹੁਣ ਅਸੀਂ ਇੱਕ ਝੰਡੇ ਥੱਲੇ ਇਕੱਠੇ ਹੋ ਗਏ, ਨਹੀਂ ਤੇ ਪਹਿਲਾਂ ਭਰਾ ਨਾਲ ਹੀ ਬੋਲਣ ਵਾਸਤੇ ਤਿਆਰ ਨਹੀਂ ਸੀ। ਕਿੱਥੇ ਬੋਲਦੇ ਸਾਂ ਅਸੀਂ ਕਹਿੰਦੇ ਇਹ ਕਾਂਗਰਸੀ ਹੈ, ਇਹ ਅਕਾਲੀ ਹੈ, ਇਹ ਕਿਸੇ ਦੂਜੇ ਧੜੇ ਦਾ ਹੈ, ਕਿਸੇ ਦੂਜੇ ਧੜੇ ਦਾ। ਉਹਨਾਂ ਨੇ ਵੀ ਨੀਤੀ ਬਣਾਈ ਸੀ, ਪੜ੍ਹੋ ਤੇ ਰਾਜ ਕਰੋ। ਅਗਲੇ ਰਾਜ ਕਰ ਜਾਂਦੇ ਸਨ। 5 ਸਾਲ ਸਾਨੂੰ ਉਹ ਲੁੱਟਦਾ ਸੀ, ਉਸ ਤੋਂ ਬਾਅਦ ਅਸੀਂ ਕਹਿੰਦੇ ਸਾਂ ਦੂਜਾ ਚੰਗਾ। 5 ਸਾਲ ਉਹ ਲੁੱਟਦਾ ਸੀ, ਉਸ ਤੋਂ ਬਾਅਦ ਅਸੀਂ ਕਹਿੰਦੇ ਸਾਂ ਦੂਜਾ ਚੰਗਾ। ਮੈਂ ਇੱਕ ਕਹਾਣੀ ਪੜ੍ਹਦਾ ਜਿਹੜੀ ਅੱਜ ਦੇ ਸਮੇਂ ਵਿੱਚ ਬੜੀ ਵਜ਼ਨਦਾਰ ਹੈ ਤੇ ਬੜੀ ਢੁੱਕਦੀ ਹੈ। ਕਹਿੰਦੇ ਇੱਕ ਨਸੀਰੁਦੀਨ ਬੰਦਾ ਹੋਇਆ, ਬੜਾ ਵਿਦਵਾਨ ਸੀ। ਉਹ ਜਿਹੜਾ ਬੰਦਾ ਸੀ ਇੱਕ ਦਿਨ ਜਾ ਰਿਹਾ ਸੀ ਤੇ ਉਹਦੇ ਕੋਲ ਖੋਤਾ ਸੀ, ਕਿਉਂਕਿ ਉਸ ਵਕਤ ਖੱਚਰਾਂ ਤੇ ਖੋਤਿਆਂ ਤੇ ਗੱਡੀਆਂ ਤੇ ਸਵਾਰ ਹੋਇਆ ਜਾਂਦਾ ਸੀ ਤੇ ਆਵਾਜਾਈ ਦੇ ਵੀ ਲਗਭਗ ਇਹੋ ਹੀ ਸਾਧਨ ਸਨ। ਉਹਦੇ ਕੋਲ ਖੋਤਾ ਸੀ ਤੇ ਉਹਨੇ ਖੋਤੇ ਤੇ ਕੁਝ ਕਿਤਾਬਾਂ ਰੱਖੀਆਂ ਤੇ ਇੱਕ ਥਾਂ ਤੋਂ ਦੂਜੀ ਥਾਂ ਜਾ ਰਿਹਾ ਸੀ। ਰਸਤੇ ਵਿੱਚ ਉਹਨੂੰ ਕੋਈ ਸਿਆਣਾ ਬੰਦਾ ਮਿਲਿਆ। ਉਹਨੇ ਉਹਨੂੰ ਪੁੱਛਿਆ, ਤੂੰ ਏਡਾ ਵੱਡਾ ਵਿਦਵਾਨ ਹੈ, ਇੰਨੀ ਤੈਨੂੰ ਦੇਸ਼ ਦੁਨੀਆ ਦੀ ਸਮਝ ਹੈ, ਏਡਾ ਵੱਡਾ ਤੂੰ ਫਿਲਾਸਫਰ ਹੈ, ਇੰਨਾ ਤੈਨੂੰ ਗਿਆਨ ਹੈ, ਤੂੰ ਸਾਰਿਆਂ ਨੂੰ ਗਿਆਤਾ ਬਣਾ ਦਿੱਤਾ। ਵੇਖ ਤੇਰੇ ਮਗਰ ਲਾ ਕੇ ਤੇਰੇ ਚੇਲੇ ਕਿੱਡੇ ਉੱਚੇ ਥਾਂ ਤੇ, ਕਿੱਡੇ ਉੱਚੇ ਅਹੁਦਿਆਂ ਤੇ ਪਹੁੰਚੇ ਨੇ, ਪਰ ਮੇਰੇ ਮਨ 'ਚ ਇੱਕ ਸਵਾਲ ਹੈ, ਤੂੰ ਇਸ ਖੋਤੇ ਨੂੰ ਕਿਉਂ ਨਹੀਂ ਕੋਈ ਗਿਆਨ ਦਿੱਤਾ? ਇਹ ਅੱਜ ਵੀ ਤੇਰਾ ਭਾਰ ਢਾਉਂਦਿਆ। ਕਿੰਨਾ ਮੈਂ ਜਦੋਂ ਦਾ ਸੁਰਤ ਸੰਭਾਲੀਆ ਵੇਖਦਾ, ਤੂੰ ਇਸ ਖੋਤੇ ਤੇ ਕਿਤਾਬਾਂ ਰੱਖਦਾ, ਇੱਕ ਥਾਂ ਤੋਂ ਦੂਜੀ ਥਾਂ ਤੇ ਤੁਰ ਪੈਣਾ। ਜਦੋਂ ਤੂੰ ਥੱਕ ਜਾਣਾ ਇਸ ਖੋਤੇ ਦੀ ਸਵਾਰੀ ਕਰਦਾ, ਫੇਰ ਅੱਗੇ ਨੂੰ ਚੱਲ ਪੈਣਾ। ਤੂੰ ਇਸ ਖੋਤੇ ਨੂੰ ਗਿਆਨ ਕਿਉਂ ਨਹੀਂ ਦਿੰਦਾ? ਉਹ ਬੜਾ ਸਿਆਣਾ ਸੀ। ਉਹਨੇ ਅੱਗੋਂ ਜਵਾਬ ਪਤਾ ਕੀ ਦਿੱਤਾ? ਉਹ ਕਹਿੰਦਾ, ਜਿੱਦਣ ਮੈਂ ਇਸ ਖੋਤੇ ਨੂੰ ਗਿਆਨ ਦੇ ਦਿੱਤਾ, ਉਦਣ ਇਸ ਖੋਤੇ ਨੇ ਮੇਰਾ ਭਾਰ ਨਹੀਂ ਢੋਣਾ। ਉਦੋਂ ਹੀ ਮੇਰਾ ਗੁਲਾਮ ਥੋੜੀ ਰਹੇਗਾ। ਜਿੱਦਣ ਮੈਂ ਇਹਨੂੰ ਕੁਝ 4 ਅੱਖਰ ਦੱਸ ਦਿੱਤੇ, ਇਹ ਮੇਰੀ ਗੁਲਾਮੀ ਥੋੜੀ ਕਰੇਗਾ। ਇਹਨੂੰ ਆਪਣੀ ਹੋਂਦ ਦਾ ਪਤਾ ਲੱਗ ਜਾਣਾ। ਤੇ ਇਹ ਗੱਲ ਅੱਜ ਸਾਡੇ ਤੇ ਵੀ ਢੁੱਕਦੀ ਹੈ। ਜੇ ਉਹਨਾਂ ਨੇ 4 ਗੱਲਾਂ ਤੁਹਾਨੂੰ ਇਤਿਹਾਸ ਦੀਆਂ ਸਮਝਾ ਦਿੱਤੀਆਂ ਤੇ ਫਿਰ ਉਹਨਾਂ ਨੇ ਇੱਕ ਸ਼ਰਾਬ ਦੀ ਬੋਤਲ ਬਦਲੇ ਵੋਟ ਕਿੱਦਾਂ ਖਰੀਦਣੀ ਹੈ? ਸਵਾਲ ਹੈ ਨਾ। ਸ਼ਰਾਬ ਦੀ ਬੋਤਲ ਬਦਲੇ ਫਿਰ ਵੋਟ ਕਿੱਦਾਂ? ਤੁਸੀਂ ਆਖੋਗੇ ਸਾਡੇ ਪਿੰਡ 'ਚ ਹਸਪੀਟਲ ਬਣਨਾ ਚਾਹੀਦਾ, ਤੁਸੀਂ ਆਖੋਗੇ ਪ੍ਰਾਈਵੇਟ ਸਕੂਲਾਂ ਦੀ ਲੁੱਟ ਬੰਦ ਕਰਕੇ ਸਰਕਾਰੀ ਸਕੂਲ ਹੋਣੇ ਚਾਹੀਦੇ ਨੇ। ਉਹ ਕਹਿੰਦੇ ਇੰਨਾ ਕੁਝ ਸਮਝਾਉਣ ਦੀ ਲੋੜ ਨਹੀਂ ਇਹਨਾਂ ਨੂੰ, ਸ਼ਰਾਬ ਦੀ ਬੋਤਲ ਦਾ ਵੋਟ ਪਵਾ ਦਿਓ, ਬਾਅਦ ਫਿਰ 5 ਸਾਲ ਸਿੱਖਰ ਖਾਂਦੇ ਰਹਿਣਗੇ। ਇਹ ਬੜੀ ਵੱਡੀ ਤਰਾਸਦੀ ਹੈ ਸਾਡੀ। ਜੇ ਅਸੀਂ ਇਹਨਾਂ ਸੁਭਾਵਾਂ ਵਿੱਚ ਇਕੱਠੇ ਹੋ ਕੇ ਬੈਠੇ ਹਾਂ ਤੇ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਬਣਦਾ ਹੈ
ਅਸੀਂ ਆਪਣੇ ਇਤਿਹਾਸ ਨੂੰ ਤੇ ਵਿਰਸੇ ਨੂੰ ਸਮਝੀਏ, ਜੁੜੀਏ ਇਸ ਇਤਿਹਾਸ ਦੇ ਵਿਰਸੇ ਨਾਲ ਤੇ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਲੜ ਲਾ ਕੇ ਇਹਨਾਂ ਗੱਲਾਂ ਨੂੰ ਸਮਝਾਈਏ ਕਿ ਕਿੱਦਾਂ ਕਿੱਦਾਂ ਅੱਜ ਸਾਡੇ ਨਾਲ ਵਾਪਰ ਰਿਹਾ ਹੈ। ਜਦੋਂ ਮੈਂ ਇਤਿਹਾਸ ਦੀ ਉਹ ਕਹਾਣੀ ਪੜ੍ਹਦਾ ਨਾ, ਸ਼ੁਭੇਗ ਸਿੰਘ ਤੇ ਸ਼ਾਹਬਾਜ਼ ਸਿੰਘ ਦੋਵੇਂ ਪਿਓ ਪੁੱਤ ਨੇ। ਸ਼ਾਹਬਾਜ਼ ਸਿੰਘ ਇੱਕ ਮੌਲਵੀ ਕੋਲ ਪੜ੍ਹਨ ਜਾਂਦਾ ਹੈ ਤੇ ਮੌਲਵੀ ਕਹਿੰਦਾ ਵੀ ਇਸ ਲੜਕੇ ਦਾ ਰਿਸ਼ਤਾ ਮੈਂ ਆਪਣੀ ਧੀ ਨਾਲ ਕਰ ਦਿਆਂ, ਪਰ ਸ਼ਰਤ ਮੇਰੀ ਇੱਕ ਹੈ ਵੀ ਇਹ ਜਿਹੜਾ ਲੜਕਾ ਇਹਨੂੰ ਪਹਿਲਾਂ ਮੁਸਲਮਾਨ ਬਣਨਾ ਪਏਗਾ। ਰੋਜ਼ ਉਹਨੂੰ ਥੋੜੀ ਥੋੜੀ ਇਸਲਾਮ ਦੀ ਤਾਲੀਮ ਦਿੰਦਾ, ਰੋਜ਼ ਥੋੜਾ ਥੋੜਾ ਉਹਨੂੰ ਇਸਲਾਮ ਦੇ ਬਾਰੇ ਸਮਝਾਉਂਦਾ ਵੀ ਸ਼ਾਇਦ ਮੁਸਲਮਾਨ ਬਣ ਜਾਏ, ਸ਼ਾਇਦ ਮੁਸਲਮਾਨ ਬਣ ਜਾਏ। ਪਰ ਜਦੋਂ ਸ਼ਾਹਬਾਜ਼ ਸਿੰਘ ਨੇ ਘਰ ਆਉਣਾ, ਆਪਣੀ ਮਾਂ ਕੋਲ ਬਹਿਣਾ ਤੇ ਮਾਂ ਨੇ ਸ਼ਾਹਬਾਜ਼ ਸਿੰਘ ਨਾਲ ਸਿੱਖ ਇਤਿਹਾਸ ਦੀਆਂ ਗੱਲਾਂ ਕਰਨੀਆਂ, ਬਾਣੀ ਪੜਾਉਣੀ, ਬਾਣੀ ਦੀ ਨਿੱਤ ਸਿੱਖਿਆ ਦੇਣੀ, ਬੜਾ ਕੁਝ ਮਾਂ ਨੇ ਉਹਨੂੰ ਦੱਸਣਾ। ਮੌਲਵੀ ਨੇ ਜ਼ੋਰ ਲਾਇਆ ਪਰ ਸ਼ਾਹਬਾਜ਼ ਸਿੰਘ ਨੂੰ ਬਦਲ ਨਾ ਸਕਿਆ। ਅਖੀਰ ਤੇ ਸ਼ਾਹਬਾਜ਼ ਸਿੰਘ ਤੇ ਸ਼ੁਭੇਗ ਸਿੰਘ ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕੀਤਾ ਜਾਂਦਾ ਹੈ। ਅੱਜ ਅਸੀਂ ਜਿਹੜੇ ਅਰਦਾਸ ਵਿੱਚ ਬੋਲ ਪੜ੍ਹਦੇ ਹਾਂ, ਚਰਖੜੀਆਂ ਤੇ ਚਾੜ ਕੇ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ, ਅੱਜ ਅਸੀਂ ਰੋਜ਼ਾਨਾ ਉਹਨਾਂ ਨੂੰ ਅਰਦਾਸ ਵਿੱਚ ਯਾਦ ਕਰਦੇ ਹਾਂ। ਕਿੱਥੇ ਸੀ ਉਹ ਸ਼ਾਹਬਾਜ਼ ਸਿੰਘ ਦਾ ਜੀਵਨ ਜਿਹੜਾ ਆਪਣੀ ਮਾਂ ਤੋਂ ਵਿਰਸੇ ਦੀ, ਗੁਰਬਾਣੀ ਦੀ, ਇਤਿਹਾਸ ਦੀ ਸਿੱਖਿਆ ਲੈ ਕੇ ਤੇ ਉਸ ਮੌਲਵੀ ਦੀਆਂ ਗੱਲਾਂ ਵਿੱਚ ਨਾ ਆਇਆ? ਤੇ ਕਿੱਥੇ ਅੱਜ ਦੀ ਮਾਂ ਦਾ ਜੀਵਨ, ਬੱਚਾ ਘਰ ਤੋਂ ਸਕੂਲ ਤੱਕ ਜਾਂਦਾ ਹੈ ਤੇ ਆਉਂਦਾ ਹੋਇਆ ਪਤਤ ਹੋ ਕੇ ਤੇ ਘਰ ਨੂੰ ਆ ਜਾਂਦਾ। ਇਹ ਘਾਟਾ ਅੱਜ ਮਾਵਾਂ ਦੇ ਵਿੱਚ ਵੀ ਨੇ। ਸਾਨੂੰ ਟੀਵੀ ਦੇ ਸੀਰੀਅਲ ਵੇਖਣ ਤੋਂ ਟਾਈਮ ਨਹੀਂ, ਅਸੀਂ ਪਾਣੀ ਦੇ ਨੇੜੇ ਕਿੱਥੋਂ ਆਵਾਂਗੇ? ਸਾਨੂੰ ਕਹਾਣੀਆਂ, ਸਟੋਰੀਆਂ ਪਿਛਲੀਆਂ ਚੇਤੇ ਨੇ, ਕਿੰਨੇ ਕਿਹਦੇ ਨਾਲ ਕਿਹੜਾ ਧੋਖਾ ਕੀਤਾ, ਕਿੰਨੇ ਕਿਹਦੇ ਨਾਲ ਧੱਕਾ ਕੀਤਾ, ਪਰ ਅਸੀਂ ਆਪਣੀ ਜ਼ਿੰਦਗੀ ਦੀ ਸੱਚਾਈ ਤੋਂ ਪੂਰੇ ਹਾਂ। ਸਾਡੀ ਤਰਾਸਦੀ ਇਹ ਹੈ, ਸਾਨੂੰ ਲੋਕਾਂ ਦੇ ਜੀਵਨ ਵਿੱਚ ਝਾਕਣ ਦੀ ਆਦਤ ਹੈ ਪਰ ਅਸੀਂ ਆਪਣੇ ਅੰਦਰ ਕਦੀ ਝਾਕਿਆ ਨਹੀਂ। ਕਹਿੰਦੇ ਰੱਬ ਨੇ ਇੱਕ ਬੰਦੇ ਨੂੰ 2 ਪੋਟਲੀਆਂ ਦਿੱਤੀਆਂ, ਸਮਝਾਉਣ ਮਾਤਰ ਹੈ। ਬੰਦੇ ਨੂੰ 2 ਪੋਟਲੀਆਂ ਦਿੱਤੀਆਂ, ਉਹਨੇ ਆਖਿਆ ਵੀ ਇੱਕ ਵਿੱਚ ਤੇਰੇ ਗੁਨਾਹ ਪੈਂਦੇ ਜਾਣਗੇ, ਦੂਜੇ ਵਿੱਚ ਕਿਸੇ ਦੂਜੇ ਦੇ ਗੁਨਾਹ ਪੈਂਦੇ ਜਾਣਗੇ। ਵੇਖੀ ਵੀ ਕਿਹਦੇ ਜ਼ਿਆਦੇ ਹੁੰਦੇ ਨੇ। ਹੁਣ ਬੰਦਾ ਹੈ, ਬੰਦੇ ਦੀ ਇਨਸਾਨੀ ਫਿਤਰਤ ਹੈ, ਬੰਦਾ ਆਪਣੇ ਵੱਲ ਘੱਟ ਦੇਖਦਾ ਤੇ ਕਿਸੇ ਦੂਜੇ ਵੱਲ ਧਿਆਨ ਜ਼ਿਆਦਾ ਦਿੰਦਾ। ਬੰਦੇ ਨੇ ਕੀ ਕੀਤਾ, ਬੜਾ ਚਲਾਕ ਸੀ, ਦੂਜੇ ਦੇ ਗੁਨਾਹਾਂ ਵਾਲੀ ਪੋਟਲੀ ਅੱਗੇ ਰੱਖ ਲਈ ਤੇ ਆਪਦੇ ਗੁਨਾਹਾਂ ਵਾਲੀ ਪੋਟਲੀ ਪਿੱਛੇ ਕਰ ਲਈ। ਉਹ ਕਹਿੰਦਾ ਗੁਨਾਹ ਹੀ ਸਾਰੇ ਦੂਜੇ ਦੇ ਨੇ, ਮੇਰਾ ਤੇ ਹੈ ਹੀ ਕੋਈ ਨਹੀਂ। ਅੱਜ ਅਸੀਂ ਵੀ ਤੇ ਇੱਥੇ ਹੀ ਬੈਠੇ ਆ ਨਾ, ਅੱਜ ਸਾਡਾ ਜੀਵਨ ਵੀ ਤੇ ਇੱਥੇ ਖਲੋਤਾ ਹੋਇਆ ਹੈ ਨਾ। ਅਸੀਂ ਦੂਜੇ ਵੱਲ ਧਿਆਨ ਮਾਰਦੇ ਹਾਂ ਪਰ ਅਸੀਂ ਆਪਣੇ ਇਤਿਹਾਸ, ਵਿਰਸੇ ਵੱਲ ਧਿਆਨ ਨਹੀਂ ਮਾਰਦੇ। ਜੇ ਅੱਜ ਬੱਚੇ ਸਿੱਖੀ ਤੋਂ ਦੂਰ ਹੋਏ ਨੇ ਤੇ ਕਿਤੇ ਨਾ ਕਿਤੇ ਰੋਲ ਅੱਜ ਉਹਨਾਂ ਮਾਵਾਂ ਦਾ ਵੀ ਹੈ ਜਿਹੜੀਆਂ ਕਿ ਆਪਣੇ ਬੱਚਿਆਂ ਨੂੰ ਧਰਮ ਦੀ ਗੁੜਤੀ ਨਹੀਂ ਦੇ ਸਕੀਆਂ। ਕਿੱਥੇ ਸੀ ਮਾਤਾ ਗੁਜਰ ਕੌਰ ਜਿਹੜੀ ਠੰਡੇ ਬੁਰਜ ਦੇ ਵਿੱਚ ਵੀ ਆਪਣੇ ਸਾਹਿਬਜ਼ਾਦਿਆਂ ਨੂੰ ਸਮਝਾਉਂਦੀ ਰਹੀ, ਬੱਚਿਓ ਵੇਖਿਓ ਆਪਣੇ ਦਾਦੇ ਦੀ ਪੱਗ ਨੂੰ ਦਾਗ ਨਾ ਲਾਇਓ। ਪਰ ਅਸੀਂ ਅੱਜ ਉਸ ਫੈਸ਼ਨ ਪ੍ਰਸਤੀ ਦੇ ਹੜ ਵਿੱਚ ਹੜ ਕੇ ਇਹਨਾਂ ਚੀਜ਼ਾਂ ਨੂੰ ਅਪਣਾਉਣਾ ਮਾਣ ਵਾਲੀ ਗੱਲ ਸਮਝਦੇ ਹਾਂ। ਇਹ ਸਾਡੀ ਬੜੀ ਵੱਡੀ ਤਰਾਸਦੀ ਹੈ। ਆਓ ਆਪਣੇ ਇਤਿਹਾਸ ਨਾਲ, ਆਪਣੇ ਵਿਰਸੇ ਨਾਲ ਜੁੜੀਏ। ਘੱਲੂਘਾਰੇ ਜਿਹੜੀ ਮੈਂ ਆਰੰਭ ਵਿੱਚ ਬੇਨਤੀ ਕੀਤੀ ਸੀ, ਘੱਲੂਘਾਰਿਆਂ ਨਾਲ ਕਦੀ ਕੌਮਾਂ ਤਬਾਹ ਨਹੀਂ ਹੁੰਦੀਆਂ। ਜਦੋਂ ਕੌਮਾਂ ਘੱਲੂਘਾਰਿਆਂ ਨੂੰ ਵਿਸਾਰ ਦਿੰਦੀਆਂ ਨੇ, ਤਬਾਹੀ ਦੇ ਕੰਢੇ ਤੇ ਕੌਮਾਂ ਉਦੋਂ ਪਹੁੰਚਦੀਆਂ ਨੇ। ਅਸੀਂ ਵੀ ਇਹਨਾਂ ਘੱਲੂਘਾਰਿਆਂ ਨੂੰ ਆਪਣੀ ਸੁਰਤ ਦਾ ਹਿੱਸਾ ਬਣਾਈਏ, ਇਹਨਾਂ ਘੱਲੂਘਾਰਿਆਂ ਨੂੰ ਆਪਣੀ ਸੁਰਤ ਦਾ ਹਿੱਸਾ ਬਣਾ ਕੇ ਇਸ ਜੀਵਨ ਦੇ ਵਿੱਚ ਪਾਰ ਪਾਈਏ। ਜਿਹੜਾ ਮੈਂ ਸ਼ਬਦ ਆਪ ਜੀ ਨਾਲ ਸਾਂਝਾ ਕੀਤਾ ਸੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਤਿਤ ਸਰਵਰੜ ਹੈ ਭਈਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ। ਕਹਿੰਦੇ ਜਿਹੜਾ ਸੰਸਾਰ ਹੈ ਨਾ, ਇਹ ਇੱਕ ਸਰੋਵਰ ਹੈ ਤੇ ਇਸ ਸਰੋਵਰ ਦੇ ਵਿੱਚ ਪਾਣੀ ਨਹੀਂ ਹੈ। ਇਸ ਸਰੋਵਰ ਵਿੱਚ ਵਿਕਾਰਾਂ ਦੀ ਅੱਗ ਹੈ। ਇਸ ਵਿਕਾਰਾਂ ਦੀ ਅੱਗ ਤੋਂ ਅਸੀਂ ਬਚਣਾ। ਤਿਤ ਸਰਵਰੜ ਹੈ ਭਈਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ। ਜਿਹਦੇ ਪੰਕਜ ਮੋਹ, ਇਹਦੇ ਵਿੱਚ ਮੋਹ ਦਾ ਚਿੱਕੜ ਹੈ। ਹੁਣ ਚਿੱਕੜ ਦੇ ਵਿੱਚ ਬੰਦੇ ਨੂੰ ਤੁਰਨਾ ਬੜਾ ਔਖਾ ਲੱਗਦਾ ਹੈ ਤੇ ਜਦੋਂ ਹੋਵੇ ਮੋਹ ਦਾ ਚਿੱਕੜ, ਉਦੋਂ ਤਾਂ 2 ਕਦਮ ਪੁੱਟਣੇ ਹੋਰ ਵੀ ਔਖੇ ਹੁੰਦੇ। ਮਹਾਰਾਜ ਕਹਿੰਦੇ ਨੇ ਮੋਹ ਦਾ ਚਿੱਕੜ ਹੈ। ਇਸ ਮੋਹ ਦੇ ਚਿੱਕੜ ਵਿੱਚ ਰਹਿ ਕੇ ਬੰਦਾ ਆਪਣੇ ਜੀਵਨ ਨੂੰ ਜਿਹੜਾ ਹੈ ਉਹ ਤਬਾਹ ਕਰ ਰਿਹਾ ਹੈ। ਪੰਕਜ ਮੋਹ, ਪੱਗ ਨਹੀਂ ਚੱਲੇ, ਪੈਰ ਨਹੀਂ ਚੱਲਦੇ। ਹਮ ਦੇਖਾਂ ਤਹਿ ਡੁੱਬੀ ਵਾਲੇ ਬੜੇ ਵੱਡੇ ਗਿਆਨੀ ਇਸ ਦੁਨੀਆ ਤੇ ਆਏ ਤੇ ਇਸ ਮੋਹ ਦੇ ਚਿੱਕੜ ਵਿੱਚ ਫਸ ਕੇ ਰਹਿ ਗਏ, ਇਸ ਪਰਿਵਾਰ ਦੇ ਜੰਜਾਲ ਵਿੱਚ ਫਸ ਕੇ ਰਹਿ ਗਏ। ਅਖੀਰਲੇ ਬੰਦ ਵਿੱਚ ਮਹਾਰਾਜ ਕਹਿੰਦੇ ਨੇ, ਨਾ ਹੋ ਜਤੀ ਸਤੀ ਨਹੀਂ ਪੜਿਆ, ਨਾ ਹੀ ਕੋਈ ਜਤੀ ਤੇ ਨਾ ਹੀ ਕੋਈ ਸਤੀ। ਜਾਤ ਰੱਖਣ ਵਾਲਾ, ਸਾਧ ਰੱਖਣ ਵਾਲਾ ਇਸ ਮੋਹ ਦੇ ਚਿੱਕੜ ਤੋਂ ਬਚਿਆ। ਸਾਰੇ ਇਸ ਮੋਹ ਦੇ ਚਿੱਕੜ ਵਿੱਚ ਗਲਤਾਨ ਨੇ। ਤਰਾਸਦੀ ਸਾਡੇ ਭਾਰਤ ਦੇਸ਼ ਦੀ ਇਹ ਰਹੀ ਕਿ ਜਿੱਥੇ ਸਤਿਗੁਰ ਦੀ ਬਾਣੀ ਨੇ ਆਖਿਆ ਸੀ ਸਾਦਾ ਪਹਿਰਾਵਾ ਪਾਓ, ਉਹਦੇ ਅਸੀਂ ਨਾਗਿਆਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ।
जिथे सतगुर की बाणी ने आख्या कि सादा खाना खाओ, उसे असीं चलीए कट्टण वालियां ते भुखे रहण वालियां की पूजा करनी शुरू कर दी। महाराज कहते कोई जिन्ने मर्जी इस तरह के अडंबर कर लवे, इन्हां सारे कष्टां तो कोई पार नहीं पै सकता। वो भी मूँह के चिकड़ में फसे हुए ने। ना हो जति सती नहीं पढ़िया, मूर्ख मुगधा जन्म पाया। जिंदगी का मकसद ये होना चाहिए, मैं मूर्ख तिन की शरणा जिन तू ना ही विसरिया। मैं उन्हों की शरण में पैना हाँ जिन्होंने तू नहीं विसरदा। हुण विसरदा किदां नहीं? विसरदा है गुनाह करके। ਜਦੋਂ ਬੰਦੇ ਦੇ ਜੀਵਨ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹਾਵੀ ਹੁੰਦਾ ਹੈ, ਇਹਦਾ ਮਤਲਬ ਰੱਬ ਵਿਸਰਿਆ। ਮੈਂ ਉਦਾਹਰਨ ਦੇਣਾ, ਇਸ ਤੋਂ ਬਾਅਦ ਸਮਾਪਤੀ ਹੈ। ਦੋ ਬੰਦੇ ਇੱਕ ਦੂਜੇ ਨਾਲ ਲੜ ਰਹੇ ਨੇ, ਇੱਕ ਬੰਦਾ ਗਰਮ ਹੈ ਤੇ ਦੂਜਾ ਬੰਦਾ ਥੋੜਾ ਜਿਹਾ ਠੰਡਾ ਹੈ। ਜਿਹੜਾ ਬੰਦਾ ਗਰਮ ਹੈ ਉਹ ਦੂਜੇ ਨਾਲ ਗਾਲੀ ਗਲੋਚ ਵੀ ਕਰਦਾ ਹੈ, ਉਹਨੂੰ ਮੰਦੇ ਚੰਗੇ ਸ਼ਬਦ ਵੀ ਬੋਲਦਾ ਹੈ, ਉਹਨੂੰ ਬੜਾ ਉੱਚਾ ਨੀਵਾਂ ਵੀ ਕਹਿ ਦਿੰਦਾ। ਪਰ ਉਸ ਤੋਂ ਬਾਅਦ ਜਿਹੜਾ ਬੰਦਾ ਠੰਡਾ ਹੈ ਉਹਨੂੰ ਪਤਾ ਵੀ ਜੇ ਲੜਾਈ ਹੋ ਗਈ, आसे पासे वाले लोग इकट्ठे होंगे, वो साडा तमाशा वेखणगे। वो कहंदा चल कोई गल नहीं भरावा, जे कोई गलती हो गई तो माफ कर दे। जदों 10-15 मिनट तो बाद लड़ाई सिमट जाती है तो बंदे आपो अपने घरे चले जाते हैं। फिर जिहड़े बंदे ने मंदा बोलिया होंदा घर जाके सोचता है कि नहीं वो सियाणा सी, मैं तो लोगों में जाके ऐवें अपनी जुबान गंदी कर बैठा, वो बोलिया नहीं वो सियाणा सी। इसदा मतलब ये वो समा सी जदों उहनूं वो परमात्मा ने विसरिया। ये निमरता दा गुण। सतगुरु जी इत्थे उन्हां भले पुरखां की गल करते हैं। महाराज कहते हैं प्रणवत नानक तिन की शरणा जिन तू ना ही विसरिया। उन्हां दी शरण विच रहो जिन्हां नूं कदी रब नहीं विसरदा। वो कोई भी हो सकता है, वो रिक्शा चलाउण वाला भी हो सकता है, वो कोई बाबा भी हो सकता है, वो कोई साधारण मनुख भी हो सकता है, वो किसी भी पहरावे दे विच हो सकता है। सो आओ असीं भी अपने इतिहास नाल गुरबाणी नाल जुड़ के सतगुर दी बाणी तो सेध लै सकीए। इन्नियां क बेनतियां प्रवान होईयां, भुलां चुकां दी खिमा, वडियाई गुरु दी इतिहास की बात पाउंदियां, गुरबाणी की गल करदियां जे कोई बोल उच्चा नीवा हो गया होवे ते गुरु की संगत बख्शण योग है, गुरु बख्शण योग है, बख्श लैना जी। आप सरबत संगत का तह दिलों धन्नवाद जिन्हां ने कीमती समय में समा कढ के इस सभा दे विच हाज़रियां भरियां ने। बहुत वधिया उपराला है। असीं वध चढ़ के इन्हां समागमां दे विच होर हाज़री भरीए। आले दुआले जिहड़े साडे आंढ गुआंढ विच होर लोक रहिंदे ने उन्हां नूं भी प्रेरित करिए, क्योंकि इहो जिहा समां वार-वार नहीं बनदा, इहो जी सभा वार-वार नहीं मिलदी। असीं वध चढ़ के इन्हां सभावां विच हिस्सा भर के गुरु दीआं खुशियां लैण दा जिहड़ा है यतन करिए। होईयां भुलां चुकां दी खिमा। अंत विच बुलाओ फतेह आखो जी वाहिगुरू जी का खालसा वाहिगुरू जी की फतेह। राम कली महला तीजा आनंद एक ओंकार सतगुर प्रसाद। आनंद पिया मेरी माए सतगुरु मैं पाया, सतगुर का पाया।